सत्ते 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 गुरुदेव 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 झूठ 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 आन सब सेव आन सब सेव झूठ 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 आन सब सेव झूठ 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 आन सब सेव सत्ते 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 गुरुदेव सत्ते 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 गुरुदेव झूठ 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 आन सब से झूठ 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 आन सब से रहाओ झूठ 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 आन सब से झूठ 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 आन सब से ਆਸੀ ਰਹਾਉ ਦੀ ਤੁਕ ਜੋ ਪਿਛਲੀ ਸ਼ਬਦ ਚੌਂਕੀ 'ਚ ਅਸੀਂ ਸ਼ਬਦ ਚੱਲਦਾ ਰੱਖਿਆ ਸੀ ਭਗਤ ਨਾਮਦੇਵ ਜੀ ਉਹਦਾ ਪੰਨਾ ਹੈ 1166 1166 ਪੰਨੇ 'ਤੇ ਅਸੀਂ ਘਰ ਦੂਜੇ 'ਚ ਗਾਇਆ ਹੈ ਰਹਾਉ ਦੀ ਤੁਕ ਔਰ ਨਾਮਦੇਵ ਜੀ ਦਾ ਸ਼ਬਦ ਹੈ ਔਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਾਰੇ ਬ੍ਰਹਮ ਗਿਆਨ ਦਾ ਗੁਰੂ ਕੌਣ ਹੈ। ਕੀ ਨਾਮਦੇਵ ਜੀ ਦਾ ਕੋਈ ਇਨਸਾਨ ਗੁਰੂ ਸੀ? ਕੀ ਭਗਤਾਂ ਦਾ ਜਿੰਨੇ ਵੀ ਬਾਣੀ ਆਈ ਸਾਡੇ 'ਚ ਉਹਨਾਂ ਦਾ ਗੁਰੂ ਕੋਈ ਬੰਦਾ ਸੀ? ਕੀ 10 ਗੁਰੂਆਂ ਦਾ ਕੋਈ ਗੁਰੂ ਬੰਦਾ ਸੀ ਜਾਂ ਕਿ ਰੱਬ ਆਪ ਸੀ, ਅਕਾਲ ਪੁਰਖ ਆਪ ਸੀ? ਇਹੋ ਅਸੀਂ ਸਾਫ਼ ਕਰ ਰਹੇ ਹਾਂ। ਸ਼ਬਦਾਂ ਗਿਆਨ ਹੈ ਸਿਰਫ ਪੋਥੀ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਉਹਦੇ 'ਚ ਭਗਤਾਂ ਦੇ ਸ਼ਬਦ ਔਰ ਇਹ ਸਾਰੇ ਮਹੱਲਿਆਂ ਦੇ ਸ਼ਬਦ ਦੇ ਆਰ ਚਿਪਸ ਆਫ ਦੀ ਸੇਮ ਬਲੌਕ, ਇੱਕੋ ਜਿਹਾ ਹੀ ਭਾਵ ਦੇਣਗੇ। ਜੇ ਇਹ ਭਾਵ ਨਿਕਲ ਰਿਹਾ ਸਾਰੇ ਪਿਛਲੇ ਅਸੀਂ ਲਈ ਆ ਰਹੇ ਹਾਂ ਵੀ ਸ਼ਬਦ ਇਸ ਬ੍ਰਹਮ ਗਿਆਨ ਦਾ ਗੁਰੂ ਇਨਸਾਨ ਨਹੀਂ ਹੈ, ਅਕਾਲ ਪੁਰਖ ਆਪ ਹੈ, ਜਿਹੜੀ ਸਭ ਤੋਂ ਵੱਡੀ ਸਾਡੀ ਐਸੀ ਐਗਜ਼ਾਮਪਲ ਦਿੱਤੀ ਹੈ। ਦਸਮ ਪਾਤਸ਼ਾਹ ਨੇ ਅਕਾਲ ਉਸਤਤ ਰਚ ਕੇ ਦਸਮ ਪਾਤਸ਼ਾਹ ਨੇ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸਮਝੀ ਹੈ ਔਰ ਆਪਣੇ ਬਾਪ ਦਾ ਇਕਲੌਤਾ ਲੜਕਾ ਐਸਾ ਯੁੱਗ ਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਇੰਨਾ ਉਹਨਾਂ ਨੂੰ ਸਾਰੀਆਂ ਗੁਰੂ ਗ੍ਰੰਥ ਸਾਹਿਬ ਦਾ ਜਾਂ ਪੋਥੀ ਦਾ ਇੰਨਾ ਉਹਨਾਂ ਨੂੰ ਸਾਰਾ ਸਮਝਾਇਆ ਹੋਣਾ ਹੈ ਤਦੇ ਉਹ ਅਕਾਲ ਉਸਤਤ 'ਤੇ ਲਿਖ ਸਕੇ। ਔਰ ਅਕਾਲ ਉਸਤਤ ਦੇ ਵਿੱਚ ਕਿਸੇ ਗੁਰੂ ਦਾ ਨਾਂ ਨਹੀਂ ਆਉਂਦਾ ਵੀ ਉਹਨਾਂ ਦਾ ਗੁਰੂ ਸੀ। ਅਕਾਲ ਹੀ ਅਕਾਲ, ਰੱਬ ਹੀ ਰੱਬ ਆਉਂਦਾ। ਔਰ ਇੱਥੇ ਵੀ ਅਸੀਂ ਨਾਮਦੇਵ ਭਗਤ ਜਿਹੜਾ ਹਿੰਦੂ ਭਗਤ ਹੈ ਔਰ ਹਿੰਦੂਇਜ਼ਮ ਦੇ ਵਿੱਚ ਇਹ ਗੁਰੂ ਦੇਹ 'ਚ ਮੰਨਿਆ ਆ ਰਿਹਾ ਸੀ, ਪਰ ਇਹ ਗੁਰੂ ਨਾਨਕ ਤੋਂ ਵੀ ਪਹਿਲਾਂ ਦਾ ਭਗਤ 200 ਸਾਲ ਦਾ ਇਹ ਸ਼ਬਦ ਦੇ ਰਿਹਾ ਹੈ ਉਹਨਾਂ ਦਾ ਗੁਰਦੇਵ ਵੀ ਅਕਾਲ ਪੁਰਖ ਹੈ। ਜਿੰਨੀ ਬਾਣੀ 'ਚ ਸ਼ਬਦ ਆਉਣਗੇ ਅਸੀਂ ਵਰੋਲ ਕੇ ਲਿਆ ਕੇ ਰੱਖ ਦਾਂਗੇ ਵੀ ਇੱਕ ਵੀ ਸ਼ਬਦ ਭਗਤਾਂ ਦਾ ਜਾਂ ਮੁਹੱਲਿਆਂ ਦਾ ਇਹ ਨਹੀਂ ਕਹਿੰਦਾ ਵੀ ਇਨਸਾਨ ਗੁਰੂ ਹੈ ਇਸ ਗਿਆਨ ਦਾ। ਹਮਾਰੇ ਗੁਰ ਕੀ ਸੇਵ ਨਾਮ ਹਮਾਰੇ ਗੁਰ ਕੀ ਸੇਵ ਨਾਮ ਹਮਾਰੇ ਗੁਰ ਕੀ ਸੇਵ ਨਾਮ ਹਮਾਰੇ ਗੁਰ ਕੀ ਸੇਵ। ਹਮਾਰਾ ਦੋ ਲਾਵਾਂ ਇਸ ਗਿਆਨ ਗੁਰੂ ਨਾਨਕ ਦੇ ਘਰ ਦਾ ਜਾਂ ਜਿਹੜਾ ਇਸ ਪੋਥੀ 'ਚ ਗਿਆਨ ਆ ਇਹਦਾ ਕੀ ਰਿਵਾਜ ਹੈ? ਹਮਾਰਾ ਕਹਿੰਦੇ ਨਾ ਸਾਡੇ ਘਰ 'ਚ ਤੇ ਆਹ ਰਿਵਾਜ ਆ, ਤੁਹਾਡੇ ਘਰ ਦਾ ਕੀ ਰਿਵਾਜ ਆ? ਇਸ ਤਰ੍ਹਾਂ ਇਸ ਗਿਆਨ ਕਹਿੰਦਾ ਵੀ ਇਸ ਘਰ ਦਾ ਰਿਵਾਜ ਕੀ ਆ? ਨਾਮ
हमारा गुर की सेव। नाम जपना ही ਗੁਰੂ ਦੀ ਸੇਵਾ ਹੈ, ਜਿਹਦੀ ਦੇਹ ਨਹੀਂ ਹੈ। ਇਸ ਕਰਕੇ ਅਸੀਂ ਦੇਹ ਭੰਨੀ ਆ ਰਹੇ ਹਾਂ ਕਿ ਸਾਰੇ ਗਿਆਨ ਦੇ ਵਿੱਚ ਇਨਸਾਨ ਦਾ ਗੁਰੂ ਨਹੀਂ ਹੋ ਸਕਦਾ। ਇਹ ਆਦਮ ਪ੍ਰਸਤੀ ਹਾਰ ਔਰ ਇਹ ਐਸੀ ਗੁਲਾਮੀ ਤੁਰੀ ਆ ਰਹੀ ਸੀ ਸ਼ੁਰੂ ਤੋਂ, ਜਿਹੜੀ ਭਗਤਾਂ ਦੀ ਬਾਣੀ ਔਰ ਮਾਲਿਆਂ ਦੀ ਬਾਣੀ ਨਾ ਕੱਟਿਆ ਵੀ ਕਿਸੇ ਬੰਦੇ ਦੀ ਗੁਲਾਮੀ ਨਾ ਕਰੋ, ਸਿੱਧੀ ਰੱਬ ਦੀ ਗੁਲਾਮੀ ਕਰੋ, ਰੱਬ ਦੇ ਸੇਵਾ ਕਰੋ, ਔਰ ਉਹਦੀ ਸੇਵਾ ਹੈ ਨਾਮ ਜਪਣਾ। ਇਸ ਕਰਕੇ ਉਹੀ ਸੇਵਾ ਸੱਤੇ ਹੈ, ਔਰ ਉਸੇ ਗੁਰਦੇਵ ਨੂੰ ਹੀ ਅਕਾਲ ਪੁਰਖ ਇੱਥੇ ਕਿਹਾ ਹੈ ਨਾਮਦੇਵ ਜੀ ਨੇ, ਸੱਤੇ 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 ਗੁਰਦੇਵ, ਸੱਤੇ 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 ਗੁਰਦੇਵ। ਪਹਿਲਾਂ ਤਾਂ ਜਿਹੜਾ ਮੇਰਾ ਗੁਰਦੇਵ ਆ ਉਹਦੀ ਹੋਂਦ ਹੈ। ਸੱਤੇ ਕਹਿੰਦੀ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੋਏ। ਮੇਰਾ ਗੁਰਦੇਵ ਨਾ ਮਰਦਾ ਹੈ ਨਾ ਜੰਮਦਾ ਹੈ, ਔਰ ਇਹ ਸਦਾ ਸਦਾ ਹੈ। ਇਸ ਕਰਕੇ ਉਹਦੀ ਸੇਵਾ ਸੱਤੇ ਹੈ। ਸੱਤੇ ਕਹਿੰਦੇ ਜਿਹਦੀ ਸੱਤੇ ਹੋਏ, ਇੱਕ ਅਸਤ ਸੇਵਾ ਹੈ, ਉਹ ਅੱਗੇ ਲਿਖਿਆ ਝੂਠ। ਬਾਕੀ ਸੇਵਾ ਕਿਹਦੀ ਹੋ ਰਹੀ ਸੀ? ਦੇਵੀ ਦੇਵਤਿਆਂ ਦੀ, ਪੂਜਿਆ ਜਾ ਰਿਹਾ ਸੀ। ਗੁਰੂਆਂ ਦੀ, ਬੰਦਿਆਂ ਦੀ ਸੇਵਾ ਹੋ ਰਹੀ ਸੀ। ਇਨਸਾਨ ਨੂੰ ਇਨਸਾਨ, ਹਰ ਫੈਮਿਲੀ ਦਾ ਇੱਕ ਗੁਰੂ ਬਣਿਆ ਸੀ, ਔਰ ਉਹਦੀ ਸੇਵਾ ਕੀਤੀ ਜਾ ਰਹੀ ਸੀ। ਇਸ ਕਰਕੇ ਮਹਾਰਾਜ ਕਹਿੰਦੇ ਬਾਕੀ ਸਭ ਸੇਵਾ ਝੂਠੀਆਂ ਹੈ। ਇੱਕੋ ਉਸ ਗੁਰਦੇਵ ਅਕਾਲ ਪੁਰਖ ਦੀ ਸੇਵਾ ਜਿਹੜੀ ਨਾਮ ਹਮਾਰਾ ਗੁਰ ਕੀ ਸੇਵ। ਇਸ ਗਿਆਨ ਦਾ ਰਿਵਾਜ ਹੈ ਵੀ ਜਿਹੜੀ ਨਾਮ ਜਪਣਾ ਹੀ ਸੱਤੇ ਹੈ, ਔਰ ਉਹ ਹੀ ਉਹਦੀ ਸੇਵਾ ਹੈ। ਸੱਤੇ 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 ਗੁਰਦੇਵ। ਕਿੰਨੀ ਵਾਰੀ ਸਟ੍ਰੈਸ ਦਿੱਤਾ ਹੈ ਵੀ ਮੇਰਾ ਗੁਰਦੇਵ ਹੈ, ਮੇਰਾ ਹੈ, ਸੱਤੇ ਹੈ, ਬਾਕੀ ਸਭ ਝੂਠ ਹੈ ਦੁਨੀਆ। ਇਸ ਕਰਕੇ ਝੂਠ 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 ਆਨ ਸਭ ਸੇਵ, ਉਹ ਹੈ ਕਰਮਕਾਂਡ। ਉਹ ਹੈ ਸੇਵਾ ਜੋ ਬੁੱਤਾਂ ਦੀ ਹੋ ਰਹੀ ਸੀ, ਪੱਥਰਾਂ ਦੀ ਹੋ ਰਹੀ ਸੀ, ਔਰ ਪੂਜਾ ਕਰਕੇ ਜਿਸ ਤਰ੍ਹਾਂ ਮਰਜ਼ੀ ਸੇਵਾ ਕਰ ਲਓ, ਜੋ ਸੇਵਾ ਤੁਰੀ ਹੁਣ ਵੀ ਹੋ ਰਹੀ ਹੈ। ਇਸ ਕਰਕੇ ਉਹ ਸੇਵਾ ਸੱਤ ਨਹੀਂ ਹੈ। ਸੱਤੇ ਸੇਵਾ ਹੈ ਨਾਮ ਜਪਣਾ ਹੀ। ਸੱਤੇ 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 ਗੁਰਦੇਵ, ਸੱਤੇ 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 ਗੁਰਦੇਵ। ਝੂਠ 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 ਆਨ ਸਭ ਸੇਵਾ। ਸੱਤੇ 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 ਗੁਰਦੇਵ, ਸੱਤੇ 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 ਗੁਰਦੇਵ। ਝੂਠ 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 ਆਨ ਸਭ ਸੇ। ਝੂਠ 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 ਆਨ ਸਭ ਸੇ। ਸੇਵ ਕੀ ਹੈ? ਗੁਰੂ ਨਾਨਕ ਰੋਜ਼ ਆਸਾ ਦੀ ਵਾਰ ਚ ਸਾਨੂੰ ਪੌੜੀ ਦਿੰਦਾ ਹੈ। ਸੇਵ ਕੀ ਹੈ? ਸੇਵ ਕੀਤੀ ਸੰਤੋਖੈ, ਸੇਵ ਕੀਤੀ ਸੰਤੋਖੈ। ਜਿਨ ਸੱਚੋ ਸੱਚ ਤੇ ਆਇਆ, ਜਿਨ ਸੱਚੋ ਸੱਚ ਤੇ ਆਇਆ। ਆ ਸੱਚੋ ਹੀ ਸੱਚ ਹੈ। ਉਹ ਕੀ ਹੈ? नाम हमारे गुर की सेव, नाम हमारे गुर की सेव, नाम हमारे गुर की सेव, नाम हमारे गुर की सेव। झूठ 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 आन सब से। झूठ 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 आन सब से। ਲਓ ਕਬੀਰ ਸਾਹਿਬ ਹੁਣ ਇਹ ਸੇਵਾ ਨਖੇਰਨ ਲੱਗੇ ਹੈ। ਉਹ ਵੀ ਅਕਾਲ ਪੁਰਖ ਨੂੰ ਗੁਰੂ ਮੰਨਦੇ ਹੈ। ਸਾਰੇ ਭਗਤਾਂ ਦੀ ਸ਼ਬਦ ਪਹਿਲਾਂ ਭਾਵੇਂ ਕਿਸੇ ਕੋਲੋਂ ਦੂਰੀ ਦੀਖਿਆ ਲਈ, ਪਰ ਅਗਲਾ ਚੜ੍ਹਾਈ ਤਾਂ ਚੜ੍ਹ ਸਕੇ ਅਕਾਲ ਪੁਰਖ ਹਲ ਸਿੱਧੇ, ਔਰ ਅਕਾਲ ਪੁਰਖ ਨੂੰ ਆਪਣਾ ਸਤਿਗੁਰੂ ਗੁਰੂ ਮੰਨਿਆ, ਔਰ ਉਹ ਤੁਕ ਦੇਣ ਲੱਗੇ ਹੈ ਸੇਵਾ ਦੀ। ਸਾਚਾ ਨਾਵਣ ਗੁਰ ਕੀ ਸੇਵਾ, ਸਾਚਾ ਨਾਵਣ
ਗੁਰ ਕੀ ਸੇਵਾ। ਇਹ 'ਚ ਦੋ ਚੀਜ਼ਾਂ ਨਹੀਂ ਹੈ, ਬੜੇ ਡੂੰਘੇ। ਜਿੱਦਾਂ ਮਹੱਲੇ ਪਹਿਲੇ ਦੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਡੂੰਘੇ ਹੈ, ਇੱਦਾਂ ਕਬੀਰ ਸਾਹਿਬ ਮਹੱਲਿਆਂ ਤੋਂ ਬਾਅਦ ਉਹਨਾਂ ਦੀ ਬਾਣੀ ਆਊਗੀ ਤਾਂ ਉਹ ਸ਼ਬਦ ਦੇ ਰਹੇ ਨੇ। ਸੱਚਾ ਨਹਾਉਣਾ ਕੀ ਹੈ? ਪਾਣੀ ਦਾ ਨਹਾਉਣਾ ਨਹੀਂ। ਐਂਡ ਗੁਰ ਕੀ ਸੇਵਾ, ਦੋ ਚੀਜ਼ਾਂ ਲਿਖਾਣਗੇ, ਸਾਚਾ ਨਹਾਵਣ ਅਤੇ ਗੁਰ ਦੀ ਸੇਵਾ। ਦੋ ਚੀਜ਼ਾਂ ਬੜੀਆਂ ਮਸ਼ਹੂਰ ਸੀ ਹਿੰਦੂਇਜ਼ਮ ਦੇ ਵਿੱਚ। ਹਾਲੀ ਤੱਕ ਵੀ ਦੇਹ 'ਚ ਜਿਹੜਾ ਗੁਰੂ ਹੁੰਦਾ ਸੀ ਉਹਨੂੰ ਨਲਾਉਣਾ ਔਰ ਸਭ ਸੇਵਾ ਕਰਨੀ, ਔਰ ਸੇਵਾ ਸਾਚਾ ਨਹਾਵਣ ਐਂਡ ਗੁਰ, ਪਾਣੀਆਂ 'ਚ ਨਹਾਉਣਾ, ਸਾਰਾ ਕੁਛ ਇਹ ਸਾਚਾ ਨਹਾਵਣ ਐਂਡ ਗੁਰ ਕੀ ਸੇਵਾ। ਦੋਨੋਂ ਚੀਜ਼ਾਂ ਕੀ ਹੈ? ਉਹ ਹੈ ਪੂਜੋ ਰਾਮ ਏਕ ਹੀ ਦੇਵਾ, ਪੂਜੋ ਰਾਮ ਏਕ ਹੀ ਦੇਵਾ। ਇਸ਼ਨਾਨ, ਪੂਜਾ, ਸੇਵਾ, ਰਹਾਉ ਦੀ ਤੁਕ 'ਚ ਐਸੇ ਤਰੀਕੇ ਨਾਲ ਕਬੀਰ ਜੀ ਲਿਖ ਰਹੇ। ਤਾਂ ਇਸ ਭਗਤ ਨੂੰ ਮਾਣ ਦਿੱਤਾ ਮਹੱਲਿਆਂ ਨੂੰ ਆਪਣੇ ਲਾਗੇ। ਪਹਿਲਾਂ ਭਗਤਾਂ ਤੋਂ ਸਭ ਤੋਂ ਕਬੀਰ ਜੀ ਉਹਦੀ ਬਾਣੀ ਆਏਗੀ। ਔਰ ਰਹਾਉ ਦੀ ਤੁਕ ਦੇਖੋ ਕਿੰਨੀ ਡੂੰਘੀ ਹੈ। ਪੂਜਾ ਕੀ ਹੈ? ਸੇਵਾ ਕੀ ਹੈ? ਇਸ਼ਨਾਨ ਕੀ ਹੈ? ਏਕ ਹੀ ਦੇਵਾ, ਇੱਕੋ ਨੂੰ ਪੂਜੋ। ਪੂਜੋ ਰਾਮ। ਹੋਰ ਨਾ ਦੇਵੀ ਦੇਵਤੇ ਇੰਨੇ ਕਿਸੇ ਹੋਰ ਦੇਵਤਿਆਂ ਨੂੰ, ਕਿਸੇ ਬੰਦਿਆਂ ਨੂੰ, ਇਨਸਾਨਾਂ ਨੂੰ ਨਾ ਪੂਜੋ। ਪੂਜੋ ਰਾਮ ਏਕ ਹੀ ਦੇਵਾ, ਬਸ ਇੱਕੋ ਹੀ ਦੇਵਤਾ ਸਾਡਾ ਸਭ ਤੋਂ ਵੱਡਾ। ਪੂਜੋ ਰਾਮ ਏਕ ਹੀ ਦੇਵਾ, ਏਕ ਹੀ ਦੇਵਾ, ਇੱਕ ਦੇਵ ਰਾਮ ਏਕ ਹੀ ਦੇਵਾ। ਉਹ ਦੇਵ ਨੂੰ ਪੂਜਣਾ ਕਿੱਦਾਂ ਹੈ? ਨਾਮ ਹਮਾਰਾ ਪੂਜਾ ਦੇਵ, ਨਾਮ ਹਮਾਰਾ ਪੂਜਾ ਦੇਵ। ਮਹੱਲਿਆਂ ਨੇ ਸ਼ਬਦ ਲਾਇਆ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ। ਨਾਮ ਨਾਲ ਹੀ ਸਭ ਕੁਛ ਫੰਕਸ਼ਨ ਇਹ ਸਾਰੇ ਕਰਨੇ ਹੈ। ਪੂਜੋ ਰਾਮ, ਮਤ ਕਿਸੇ ਗ੍ਰੰਥ ਨੂੰ ਪੂਜੋ, ਕਿਸੇ ਬੰਦੇ ਨੂੰ ਪੂਜੋ, ਕਿਸੇ ਫੋਟੋ ਨੂੰ ਪੂਜੋ, ਕਿਸੇ ਮੂਰਤੀ ਨੂੰ ਪੂਜੋ। ਕਿਹਨੂੰ ਪੂਜਣਾ? ਪੂਜੋ ਰਾਮ ਏਕ ਹੀ ਦੇਵਾ, ਪੂਜੋ ਰਾਮ ਏਕ ਹੀ ਦੇਵਾ। ਸਾਚਾ ਨਾਵਣ ਗੁਰ ਕੀ ਸੇਵਾ। ਇਹ ਨਹੀਂ ਵੀ ਗੁਰੂ ਦੀ ਸੇਵਾ ਕਰ ਲਈ ਤੁਹਾਡਾ ਸੱਚਾ ਨਹਾਉਣ ਹੋ ਗਿਆ, ਨਹੀਂ। ਸਾਚਾ ਨਹਾਵਣ ਐਂਡ ਗੁਰ ਕੀ ਸੇਵਾ, ਬੜੇ ਡੂੰਘੇ ਵੈਣ ਹੈ। ਸਾਚਾ ਨਹਾਵਣ ਗੁਰ ਕੀ ਸੇਵਾ, ਪੂਜਾ ਸੇਵਾ और ये साफ कर रही स्नान। पूजो राम एक ही देवा, साचा नावन गुर की सेवा। तो नाम हमारे गुर की सेव, नाम हमारे गुर की सेव। हे सत्य 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 गुरुदेव, सत्य 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 गुरुदेव। गुरुदेव अकाल पुरख ਜ਼ਾਹਰ ਹੋ ਰਿਹਾ ਹੈ। सत्य सत्य, ਹੋਰ ਕੋਈ सत्य है ही नहीं दुनिया च। सत्य नाम करता पुरख, ਹੋਰ ਕੋਈ चीज सत्य है ही नहीं दुनिया च। ਜਾਂ सत्य ਉਹ ਹੈ, ਜਾਂ ਉਹਦਾ ਨਾਮ ਹੈ, ਜਾਂ ਸਤਿਗੁਰੂ ਹੈ, ਜਾਂ ਅਕਾਲ ਪੁਰਖ ਹੈ। ਇਸ ਕਰਕੇ ਤੇ ਜਾਂ ਫਿਰ ਜਿਹੜੇ ਭਗਤ ਹੈ ਉਹ ਨਹੀਂ ਮਰਦੇ। ਨਾਮ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ। ਇਹ ਚੀਜ਼ਾਂ ਸੱਤੇ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਜਗਤ ਮੇਂ ਕੇ ਨਾ ਜਪਿਓ ਗੁਰਮੰਤ। ਇਸ ਕਰਕੇ ਇਹ ਚੀਜ਼ਾਂ ਸੱਤੇ ਹੈ ਸਾਰੀਆਂ, ਬਾਕੀ ਝੂਠ ਹੈ। ਝੂਠ 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 ਆਨ ਸਭ ਸੇਵ। ਝੂਠ 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 ਆਨ ਸਭ ਸੇਵ। ਸੇਵ ਕੀਤੀ ਸੰਤੋਖੀ, ਗੁਰੂ ਨਾਨਕ ਸੇਵ ਕੀਤੀ ਸੰਤੋਖੀ। ਜਿਨ ਸੱਚੋ ਸੱਚ ਤੇ ਆਇਆ,
ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਸੱਤੇ 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 ਗੁਰਦੇਵ, ਝੂਠ 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 ਹਨ ਸਭ। ਇੱਥੇ ਰਹਾਉ ਲਾਇਆ ਆਓ ਸ਼ਬਦ, ਇਹ ਸ਼ਬਦ 'ਚ ਐਸੇ ਚਮਤਕਾਰ ਨਿਕਲਣਗੇ ਜਿਹਦੇ ਸਿਰ ਦੇ ਉੱਤੇ ਉਹ ਅਕਾਲ ਪੁਰਖ ਹੈ। ਆਹ ਦੇਖੋ ਕਿੰਨੇ ਕਾਰੇ ਵਰਤਦੇ ਹੈ, ਕਿੰਨੀ ਕੁ ਚੀਜ਼ਾਂ ਨਾਮਦੇਵ ਲੈ ਗਏ ਆਪਣੀ ਜ਼ਿੰਦਗੀ 'ਚ। ਜਦੋਂ ਉਹਨਾਂ ਨਾਲ ਗੁਰੂ ਨਾਨਕ ਤੋਂ ਪਹਿਲਾਂ ਦਾ ਭਗਤ ਹੈ, ਖਿਆਲ ਰੱਖਣਾ ਇਹ ਭਗਤੀ ਲਹਿਰ ਹੈ ਸ਼ੁਰੂ ਤੋਂ। ਪ੍ਰਹਿਲਾਦ ਦੇ ਉੱਤੇ ਉਹ ਅਕਾਲ ਪੁਰਖ ਗੁਰੂ, ਸਾਰੇ ਪਿਛਲੇ ਭਗਤਾਂ 'ਤੇ, ਬਿਧੜ 'ਤੇ, ਪਪੀਖਣ 'ਤੇ, ਸਾਰੇ ਜਿੰਨੇ ਪਿਛਲੇ ਯੁੱਗਾਂ ਦੇ ਭਗਤ ਹੋਏ ਉਹਨਾਂ 'ਤੇ ਅਕਾਲ ਪੁਰਖ ਗੁਰੂ ਸੀ। ਇਸੇ ਕਰਕੇ ਇਸ ਗਿਆਨ ਦਾ ਅਕਾਲ ਪੁਰਖ ਆਪ ਗੁਰੂ ਹੈ। ਔਰ ਦੇਖੋ ਕਿੰਨੀਆਂ ਬਰਕਤਾਂ ਲੈ ਗਿਆ। ਉਹ ਕਹਿੰਦਾ ਜਾਓ ਗੁਰਦੇਵ ਤਾਂ ਮਿਲੇ ਮੁਰਾਰ, ਜੇ ਵਿੱਚ ਵਿਚੋਲਾ ਸਤਿਗੁਰੂ ਹੈ ਮੇਰਾ ਗੁਰਦੇਵ, ਔਰ ਸਤਿਗੁਰੂ ਅਸੀਂ ਸਤਿਗੁਰੂ ਹੈ, ਵਿੱਚ ਵਿਚੋਲਾ ਹੈ ਮੁਰਾਰ। ਮੁਰਾਰ ਕ੍ਰਿਸ਼ਨ ਮੁਰਾਰੀ ਨਹੀਂ, ਉਹਦਾ ਪੈਰਲਲ ਲਫ਼ਜ਼ ਲਿਆ ਵੀ ਮੈਂ ਰੱਬ ਨੂੰ ਮਿਲ ਜਾਵਾਂਗਾ। ਇਸ ਕਰਕੇ ਜਾਓ ਗੁਰਦੇਵ, ਜੇ ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਗੁਰੂ ਹੈ ਅਤੇ ਜਾਂ ਸਤਿਗੁਰੂ ਮੇਰਾ, ਕਿਉਂਕਿ ਅਕਾਲ ਪੁਰਖ ਅਤੇ ਸਤਿਗੁਰੂ ਵਿੱਚ ਇੱਕ ਜੋੜਨਹਾਰਾ ਲਿੰਕ ਹੈ, ਲੇਕਿਨ ਹੈ ਉਹ ਵੀ ਅਕਾਲ ਪੁਰਖ। ਜਿਸ ਤਰ੍ਹਾਂ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਪਹਿਲਾਂ ਜਿੱਦਾਂ ਸਪੋਜ਼ ਦਿਸ ਇਜ਼ ਇਕੁਅਲ ਟੂ ਥੀਟਾ, ਕਈ ਅਸੀਂ ਸਵਾਲ ਹੱਲ ਕਰਨ ਲੱਗੇ ਕਹਿੰਦੇ ਐਡਾ ਵੱਡਾ ਬ੍ਰਹਮ ਗਿਆਨ ਹੈ, ਇਹਦੀ 'ਚ ਜੇ ਸਤਿਗੁਰੂ ਨੂੰ ਸਮਝਣਾ ਹੈ ਕਿ ਉਹ ਜੋੜਨਹਾਰਾ ਲਿੰਕ ਹੈ ਬਿਆਸੀ ਔਰ ਰੱਬ ਦੇ ਵਿੱਚ, ਉਹ ਜੋੜਨਹਾਰਾ ਹੈ, ਲੇਕਿਨ ਹੈ ਉਹ ਵੀ ਰੱਬ ਹੀ। ਲੇਕਿਨ ਪਹਿਲਾਂ ਸਭ ਤੋਂ ਪਹਿਲਾਂ ਸਤਿਗੁਰੂ ਦੀ ਲੋੜ ਆ, ਉਹਨੇ ਤੁਹਾਡੇ ਅੰਦਰ ਪ੍ਰਗਟ ਹੋਣਾ, ਉਹ ਵੀ ਦੇ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਤੋ ਸਤਿਗੁਰ ਔਰ ਅਕਾਲ ਪੁਰਖ ਬੇਅੰਤ ਹੈ, ਲੇਕਿਨ ਉਹਨੇ ਇੱਕ ਐਸਾ ਸਰੂਪ ਯੁੱਗ ਤੋਂ ਛੱਡਿਆ ਜਿਹੜਾ ਕਿ ਦੁਨੀਆ 'ਚ ਜਿਸ ਵੇਲੇ ਅੱਤ ਜ਼ੁਲਮ ਜਾਂ ਕੋਈ ਐਸੀ ਚੀਜ਼ ਹੋ ਜਾਂਦੀ ਉਹ ਰੱਖਿਆ ਲਈ ਆਉਂਦਾ ਹੈ। ਇਸੇ ਕਰਕੇ ਗੀਤਾ 'ਚ ਵੀ ਲਿਖਿਆ ਜਦੇ ਉਹ ਸਾਡਾ ਜ਼ੁਲਮ ਕਿਸੇ 'ਤੇ ਹੁੰਦਾ ਤਾਂ ਉਦੋਂ ਸਾਧੂ ਪ੍ਰਗਟ ਹੁੰਦਾ ਹੈ। ਉਹ ਸਾਧੂ ਨੂੰ ਹੀ ਸਾਰੀ ਬਾਣੀ 'ਚ ਸਤਿਗੁਰੂ ਕਿਹਾ ਹੈ, ਉਹ ਬਾਹਰਲਾ ਸਾਧੂ ਇਨਸਾਨ ਸਾਧੂ ਨਹੀਂ ਹੈ। ਇਸ ਕਰਕੇ ਉਹ ਜਿਹੜਾ ਸਤਿਗੁਰ ਹੈ ਉਹ ਜੋੜਨਹਾਰਾ ਲਿੰਕ ਹੈ। ਉਹ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਦਰਗੇ ਦਾ ਵਿਚੋਲਾ ਹੈ। ਇਸ ਕਰਕੇ ਉਹ ਵੀ ਉਹੀ ਹੈ। ਲੇਕਿਨ ਅਸੀਂ ਸਤਿਗੁਰੂ ਨੂੰ ਜੇ ਸਮਝਣਾ ਹੈ ਤੇ ਗੁਰੂ ਅਰਜਨ ਪਾਤਸ਼ਾਹ ਦੀ ਇੱਕ ਤੁਕ ਤੂੰ ਸਮਝੋ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਕਰਨ ਕਰਾਵਣ ਸਗਲ ਵਿਦ ਸੋ ਸਤੇ ਗੁਰੂ ਹਮਾਰ। ਅਸੀਂ ਚਾਕਰ ਕਹਿੰਦੇ ਹਾਂ, ਅਸੀਂ ਅਕਾਲ ਪੁਰਖ ਦੇ ਹਾਂ, ਗੋਬਿੰਦ ਦੇ ਹਾਂ, ਠਾਕਰ ਭਾਰਾ ਸਾਡਾ ਉਹ। ਪਰ ਵਿੱਚ ਸਾਰਾ ਕੰਮ ਜਿਹਨੇ ਕਰਨਾ ਹੈ ਰੱਬ ਆਪ ਨਹੀਂ ਆਉਂਦਾ, ਉਹ ਆਪਣਾ ਇਸ ਸਰੂਪ ਦੀ ਮਦਦ ਲੈਂਦਾ ਹੈ। ਆਪਣੀ ਇੱਕ ਲੈਫਟੀਨੈਂਟ ਪਾਵਰ ਆ ਉਹਦੀ, ਜਿਹੜੀ ਸਾਰੇ ਜੱਗ 'ਤੇ ਫੈਲੀ, ਹੁਣ ਵੀ ਅਸੀਂ ਆਪਣੇ ਅੰਦਰ ਪ੍ਰਗਟ ਕਰ ਸਕਦੇ। ਔਰ ਉਹਨੂੰ ਕਿਹਾ ਹੈ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਪਪੂਤੇ। ਇਹ ਜਿਹੜੀ ਪਾਵਰ ਹੈ ਅਸੀਂ ਲੱਭੀ ਆ ਰਹੇ, ਇਹਨੂੰ ਸੱਤੇ ਗੁਰੂ ਕਿਹਾ ਹੈ, ਇਹਦੀ ਹੀ ਸਦਾ ਹੋਂਦ ਹੈ। ਇਹੋ ਹੀ ਗੁਰ ਹੈ ਸਾਡਾ। ਇਸ ਕਰਕੇ ਐਸੀਆਂ ਚੀਜ਼ਾਂ ਬ੍ਰਹਮ ਗਿਆਨ 'ਚੋਂ ਮਿਲ ਰਹੀਆਂ ਹੈ ਜਿਹੜੀ ਸਾਰੀ ਬਾਣੀ ਕੜੀਆਂ ਵਾਂਗੂ ਖੁੱਲ੍ਹ ਰਹੀ ਹੈ। ਇਸ ਕਰਕੇ ਜਿਹੜਾ ਸੱਤੇ ਗੁਰ ਹੈ ਉਹ ਜੋੜਨ ਵਾਲਾ ਵਿੱਚ ਐਸੀ ਤਾਕਤ ਹੈ ਜਿਹੜਾ ਅਭਿਆਸੀ ਦੇ ਪਹਿਲਾਂ ਅੰਦਰ ਆਉਂਦੀ ਹੈ, ਔਰ ਉਸੇ ਨੂੰ ਹੀ ਸਾਧ ਸੰਤ ਔਰ ਸਤਿਗੁਰ ਕਿਹਾ ਹੈ। ਔਰ ਉਹ ਹੀ ਜੋੜਨ ਵਾਲਾ ਇਨਸਾਨ ਨਹੀਂ ਆ। ਇਸ ਕਰਕੇ ਜੇ ਅਸੀਂ ਇਨਸਾਨ 'ਤੇ ਬਰਾਤਾ ਜਾਂ ਗ੍ਰੰਥ 'ਤੇ ਬਰਾਤਾ, ਕਿਸੇ ਚੀਜ਼ 'ਤੇ ਜਾਂ ਪੱਥਰ 'ਤੇ ਬਰਾਤਾ, ਜਿੱਦਾਂ ਠਾਕਰ 'ਤੇ ਬਰਾਈ ਜਾਂਦੇ, ਸਾਡਾ ਠਾਕਰ ਹੈ ਤੂੰ ਠਾਕਰ ਤੁਮ ਠਾਕਰ ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਾਰੀ ਬਾਣੀ ਉਸ 'ਤੇ ਪੜ੍ਹਦੀ। ਇਸ ਕਰਕੇ ਰੱਬ ਦਾ ਇੱਕ ਐਸਾ ਸਰੂਪ ਹੈ ਜਿਹੜਾ ਜੁਗ 'ਚੋਂ ਆ ਰਿਹਾ ਹੈ, ਔਰ ਉਹਦੀ ਲਿਖਿਆ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ। ਇਹ ਸਦਾ ਹੀ ਪਾਵਰ ਹੁਣ ਵੀ ਅਭਿਆਸੀ ਜਨ ਆਪਣੇ ਅੰਦਰ ਪੈਦਾ ਕਰ ਸਕਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਚੁਣ ਕੱਢੇ ਲੱਦੋਂ ਵਾਰੇ, ਉਹ ਅੰਗ ਸੰਗ ਹੈ ਸਾਡੇ। ਇਸ ਕਰਕੇ ਉਹਨੂੰ ਹੀ ਗੁਰਦੇਵ ਕਿਹਾ ਹੈ। ਇਸੇ ਕਰਕੇ ਜਿਹੜਾ ਸਾਡਾ
ਲੱਛਣ ਇਹਦੇ ਉਹ ਕਹਿੰਦੇ ਵੀ ਜਿਹਨੇ ਇਹ ਗੁਰਦੇਵ ਅਕਾਲ ਪੁਰਖ ਨਾਲ ਕਰ ਲਿਆ ਉਹਨੂੰ ਰੱਬ ਮਿਲ ਪਏਗਾ ਕਿਸੇ ਦਿਨ। ਜੋ ਗੁਰਦੇਵ ਤਾਂ ਮਿਲੇ ਮੁਰਾਰੇ, ਜੋ ਗੁਰਦੇਵ ਤਾਂ ਮਿਲੇ ਮੁਰਾਰੇ, ਜੋ ਗੁਰਦੇਵ ਤਾਂ ਉਤਰੇ ਪਾਰੇ। ਪਾਰ ਕੀ ਉਤਰਨਾ? ਉਹ ਐਡਾ ਵੱਡਾ ਭਵਜਲ ਸਮੁੰਦਰ, ਪੈਸੀਫਿਕ ਓਸ਼ਨ ਹੈ ਮਾਇਆ ਦਾ, ਉਹਦੇ ਤੋਂ ਪਾਰ ਹੋਣਾ, ਮਾਇਆ ਤੋਂ ਪਰੇ ਹੋਣਾ। ਹੋਰ ਕਿਸੇ ਦਰਿਆ ਤੋਂ ਪਾਰ ਨਹੀਂ। ਓਸ਼ਨ ਵੱਡਾ ਪਾਰਾ, ਪੈਸੀਫਿਕ ਜਿੱਦਾਂ ਓਸ਼ਨ ਹੈ ਇੱਦਾਂ ਮਾਇਆ ਦੀ ਭਵਜਲ ਆ ਵੱਡਾ, ਮਾਇਆ 'ਚੋਂ ਨਿਕਲਣਾ ਸੀ ਪਰ ਗੁਰੂ ਦੀ ਮਦਦ ਦੇ ਨਾਲ। ਜੇ ਗੁਰਦੇਵ ਨਹੀਂ ਹੈ ਤਾਂ ਮਾਇਆ ਤੋਂ ਨਹੀਂ ਛੁੱਟ ਸਕਦੇ। ਇਹ ਜਿਹੜੇ ਵੱਡੇ ਉਤਲੇ ਪਹਿਲੇ ਫੰਕਸ਼ਨ ਆ ਰਹੇ ਨੇ ਵੀ ਆ ਮੇਰਾ ਜੇ ਸਿਰ 'ਤੇ ਅਕਾਲ ਪੁਰਖ ਗੁਰਦੇਵ ਸੀ ਅਤੇ ਮੈਂ ਮਾਇਆ ਨੂੰ ਉਤਰ ਗਿਆ। ਪ੍ਰਭ ਕਿਰਪਾ 'ਤੇ ਮਨ ਵਸ ਆਇਆ ਨਾ, ਪ੍ਰਭ ਕਿਰਪਾ 'ਤੇ ਮਨ ਵਸ ਆਇਆ ਨਾਨਕ ਤਰੀ ਤਿਨ ਮਾਇਆ, ਨਾਨਕ ਗੁਰਮੁਖੇ ਤਰੀ ਤਿਨ ਮਾਇਆ। ਜਿਹੜਾ ਮਾਇਆ ਹੈ, ਮਾਇਆ ਇਨਸਾਨ ਦੇ ਅੰਦਰ ਹੈ, ਅੰਦਰ ਪੈਂਦੀ ਹੈ। ਇਸ ਕਰਕੇ ਜਿਸ ਜੂਨੀ ਨੂੰ ਵੀ ਢਿੱਡ ਲੱਗਾ ਹੈ, ਪੇਟ ਲੱਗਾ ਹੈ, ਉਹਨੂੰ ਭੁੱਖ ਲੱਗਣੀ ਹੈ, ਉਹਨੂੰ ਮਾਇਆ ਪੈਣੀ। ਸਾਰਾ ਜੱਗ ਹੀ ਬਣਿਆ ਹੀ ਇਸ ਭੁੱਖ ਤੋਂ ਹੈ। ਕੀੜਾ ਬਣਾਇਆ ਮਹਾਰਾਜ ਨੇ, ਉਹਨੂੰ ਭੁੱਖ ਲਾਤੀ, ਉਹ ਆਲੇ ਦੁਆਲੇ ਦੌੜਿਆ ਆਪਣੀ ਖੁਰਾਕ ਲੱਭਣ ਨੂੰ। ਬੰਦੇ ਨੂੰ ਢਿੱਡ ਲਾਤਾ, ਭੁੱਖ ਲੱਗਦੀ, ਉਹ ਆਲੇ ਦੁਆਲੇ ਸਭ ਕੰਮ ਕਰਦਾ। ਇਹ ਸਾਰੀ ਮਾਇਆ ਹੈ। ਲੇਕਿਨ ਮਾਰੇ ਕਬੀਰ ਸਾਹਿਬ ਕਹਿੰਦੇ ਵੀ ਜੇ ਜੂਨੀ ਨੂੰ ਵੀ ਪੇਟ ਆ ਉਹਨੂੰ ਮਾਇਆ ਪਏਗੀ, ਪਰ ਉਦੋਂ ਮਾਇਆ ਹਟੇਗੀ। ਆ ਅਗਲੀ ਤੁਕ ਅਖੀਰ ਤੇ ਦਿੰਦੇ, ਕਹੋ ਕਬੀਰ ਜਿਸ ਉਦਰ, ਉਦਰ ਕਹਿੰਦੇ ਢਿੱਡ ਨੂੰ, ਪੇਟ ਨੂੰ, ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ। ਆ ਵੀ ਸਾਧੂ ਕੋਈ ਸਤਿਗੁਰੂ ਨੇ ਕਿਹਾ। ਇਹ ਸਤਿਗੁਰੂ ਤੋਂ ਬਗੈਰ ਆਹੋ ਇੱਥੇ ਕਹਿ ਰਹੇ ਜਾਓ ਗੁਰਦੇਵ ਤਾਂ ਉਤਰੇ ਪੈਰ। ਜਿਸ ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਜ਼ਰੂਰ ਪਰ ਤਬ ਛੂਟੇ ਜਬ ਸਾਧੂ ਪਾਇਆ। ਹੋਰ ਜੂਨੀਆਂ ਛੁੱਟ ਨਹੀਂ ਸਕਦੀਆਂ, ਉਹ ਇਸੇ ਤਰ੍ਹਾਂ ਜੂਨਾਂ 'ਚ ਫਿਰਨਗੀਆਂ। ਪਰ ਇੱਕ ਜੂਨ ਐਸੀ ਹੈ ਜਿਹੜਾ ਆਪਣੇ ਅੰਦਰ ਉਹ ਸਾਧੂ ਖੜਾ ਕਰ ਲੈਂਦਾ ਸਤਿਗੁਰੂ, ਤਾਂ ਛੁੱਟਦਾ ਬੰਦਾ। ਬਾਕੀ ਜੂਨਾਂ ਨਹੀਂ ਛੁੱਟ ਸਕਦੀਆਂ, ਉਹ ਭੋਗਣ ਲਈ ਹੈ ਸਾਰੀਆਂ ਜੂਨਾਂ। ਇੱਕ ਜੂਨ ਛੁੱਟਣ ਲਈ ਹੈ। ਜੇਲ੍ਹ 'ਚ ਵੀ ਸਤਿਗੁਰੂ ਨਾਲ ਗੁਰਦੇਵ ਨਾ ਕੀਤਾ ਤੇ ਤੂੰ ਮਾਇਆ ਤੋਂ ਪਾਰ ਨਹੀਂ ਹੋ ਸਕਦਾ। ਤਾਂ ਪਹਿਲੀ ਚੀਜ਼ ਆਈ ਜੋ ਗੁਰਦੇਵ ਤਾਂ ਮਿਲੇ ਮੁਰਾਰੇ, ਅਕਾਲ ਪੁਰਖ ਮਿਲ ਗਿਆ। ਪਰ ਪਹਿਲਾਂ ਮਾਇਆ ਛੱਡੀ। ਜਿੱਦਾਂ ਜਿੱਦਾਂ ਸ਼ਬਦ ਲਿਖੇ ਹੈ ਇਹਨਾਂ ਨੇ ਰਹਾਉ 'ਚ ਸਮਾਉਣਾ, ਔਰ ਬਾਅਦ 'ਚ ਜਿਉਂ ਜਿਉਂ ਦੇਖੋ ਕਿਹੜੀਆਂ ਕਲਾ ਵਰਤ ਰਹੀਆਂ ਭਗਤ ਜੀ ਦੱਸ ਰਹੇ ਨੇ। ਜੋ ਗੁਰਦੇਵ, ਜੇ ਹੁਣ ਨਗੋਰਾ ਹੋਵੇ ਜਿਹਨੇ ਅਕਾਲ ਪੁਰਖ ਨੂੰ ਗੁਰੂ ਨਾ ਕੀਤਾ ਹੋਏ, ਜਾਂ ਸਾਰਾ ਹੁਣ ਸਾਰੀ ਸਿੱਖੀ 'ਚ ਰੱਬ 'ਤੇ ਭੁੱਲਿਆ ਬੈਠਾ, ਗੁਰੂਆਂ ਦੇ ਗੁਰਪੁਰਬ, ਗੁਰੂਆਂ ਨੂੰ ਯਾਦ, ਗੁਰੂਆਂ ਦੇ ਸਭ ਕੁਛ, ਹੋਰ ਗ੍ਰੰਥ ਸਾਰਾ ਬੜਾ ਸਤਿਕਾਰ ਨਾਲ ਕਰ ਰਿਹਾ। ਲੇਕਿਨ ਗੁਰਦੇਵ ਤਾਂ ਮਿਲੇ ਮੁਰਾਰੇ, ਜੋ ਜੋ ਗੁਰਦੇਵ ਤਾਂ ਉਤਰੇ ਪਾਰੇ, ਜੋ ਜੋ ਗੁਰਦੇਵ ਤਾਂ ਬੈਕੁੰਠ ਤਾਰੈ, ਜੋ ਗੁਰਦੇਵ ਤਾਂ ਬੈਕੁੰਠ ਤਾਰੈ, ਜੋ ਗੁਰਦੇਵ ਤਾਂ ਜੀਵਤ ਮਰੈ, ਜੋ ਗੁਰਦੇਵ ਤਾਂ ਜੀਵਤ ਮਰੈ। ਇਹ ਸਾਰੇ ਫੰਕਸ਼ਨ ਕਿਨ ਕਰਨੇ ਹੈ? ਜਿਹੜਾ ਸੱਤੇ ਹੈ, ਸੱਤੇ 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 ਗੁਰਦੇਵ, ਝੂਠ 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 ਆਨ ਸਭ ਸੇਵ। ਰਹਾਓ। ਹੁਣ ਰਹਾਓ ਤੋਂ ਬਾਅਦ ਸਟੇਜਾਂ ਸ਼ੁਰੂ ਹੋਈਆਂ। ਪਹਿਲਾਂ ਗੁਰਦੇਵ ਨਾਲ ਅੰਦਰ ਆਣ ਕੇ ਨਾਮ ਦਰੜਾਇਆ। ਜੋ ਗੁਰਦੇਵ ਤਾਂ ਨਾਮ ਦਿਰੜਾਵੈ, ਜੋ ਗੁਰਦੇਵ ਤਾਂ ਨਾਮ ਦਿਰੜਾਵੈ। ਭੇਟਿਆ ਮੇਰਾ ਪੂਰਾ ਸਤਿਗੁਰੂ ਤੈਨ ਹਰ ਨਾਮ ਦਰੜਾਵੇ ਰਾਮ ਰਾਜ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ। ਠੇਕਾ ਹੈ ਸ਼ਬਦ ਦਾ, ਜਿਸ ਵੇਲੇ ਉਹ ਅੰਦਰ ਆਉਣਾ ਹੀ ਹੈ ਵਜੂਦ, ਤੇਰੇ ਅੰਦਰ ਪ੍ਰਕਾਸ਼ ਹੋਣਾ ਹੈ, ਉਹਨੇ ਐਸਾ ਨਾਮ ਤੈਨੂੰ ਦਰੜਾਉਣਾ ਹੈ, ਪੱਕਾ ਕਰਨਾ ਹੈ, ਤੇਰੀ ਤ੍ਰਿਸ਼ਨਾ ਤੇ ਭੁੱਖ ਮਨ ਦੀ ਸਭ ਦੂਰ ਹੋ ਜਾਣੀ।
ਜਿਨਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦਰੜਾਵੇ ਰਾਮ ਰਾਜੇ, ਤਿਸ ਕੀ ਤ੍ਰਿਸ਼ਨਾ ਭੁਖਸਾ ਉਤਰੇ, ਜੋ ਹਰ ਨਾਮ ਤੇ ਆਵੇ। ਜੋ ਹਰ ਹਰ ਨਾਮ ਤੇ ਆਏਂਦੇ, ਤਿਨ ਜਮ ਨੇੜ ਨਾ ਆਵੇ। ਜਨ ਨਾਨਕ ਕੋ ਹਰ ਕਿਰਪਾ ਕਰ, ਨਿਤ ਜਪੇ ਹਰ ਨਾਮੇ ਧਰਾਵੇ। ਇਸ ਕਰਕੇ ਜਿਹੜਾ ਦਰੜਾਉਣਾ ਹੈ ਉਹ ਅੰਦਰ ਹੋਣਾ ਹੈ। ਬਾਹਰ ਪੰਜਾਂ ਸਿੱਖ ਸਾਨੂੰ ਸ਼ਬਦ ਦਿੰਦੇ ਹੈ, ਖੰਡੇ ਬਾਟੇ ਦੀ ਪੌਲ ਦੇ ਕੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਵਾਹਿਗੁਰੂ ਮੰਤਰ ਮਿਲ ਜਾਂਦਾ ਹੈ। ਉੱਥੋਂ ਬਾਅਦ ਅਸੀਂ ਉਹਨੂੰ ਜਪ ਕੇ ਅੰਦਰ ਖੜਾ ਕਰਨਾ ਗੁਰਦੇਵ ਨੂੰ, ਇਸ ਸਤਿਗੁਰੂ ਵਜੂਦ ਨੂੰ। ਤਾਂ ਉਹ ਅੰਦਰ ਆਣ ਕੇ ਜਦੋਂ ਨਿੰਦਾ ਉਹ ਨਾਮ ਦਰੜਾਵੇਗਾ। ਉਹ ਅੰਦਰਲੀ ਅਵਸਥਾ ਹੈ। ਜੋ ਗੁਰਦੇਵ ਤਾਨਾ ਇਹ ਜੋ ਗੁਰਦੇਵ ਨਾ ਦਹਿ ਦਿਸ ਧਾਰ। ਅਗਲੀ ਕਰੈਕਟਰ ਹੈ, ਐਸੀ ਚੀਜ਼ ਹੈਗੀ ਜਦੋਂ ਨਾਮ ਦ੍ਰਿੜ ਹੁੰਦਾ, ਮਾਂ ਨਾ ਆਉਣੋਂ ਜਾਣੋ ਬੰਦ ਹੋ ਜਾਂਦਾ। ਸਭ ਤੋਂ ਵੱਡੀ ਪ੍ਰੋਬਲਮ ਅਭਿਆਸੀ ਦੀ, ਮੇਰਾ ਮਨ ਨਹੀਂ ਖੜਾ ਹੁੰਦਾ। ਕਹਿੰਦਾ ਦਹਿ ਦਿਸਦਾ ਵਾ। ਕਈ ਬੰਨੇ ਫਿਰਦੇ ਅਸੀਂ, ਅੰਧਲਾ ਨੀਚ ਜਾਤ ਪਰਦੇਸੀ, ਖੇ ਨਾ ਆਵੇ ਤਿਲ ਜਾਵੇ, ਤਾਂ ਕਿ ਸੰਗ ਤੇ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੇ। ਬਾਬਾ ਨਾਨਕ ਪ੍ਰੋਬਲਮ ਦੱਸ ਰਿਹਾ ਵੀ ਮੈਂ ਕੀ ਕਰਾਂ। ਕਾਲਪੁਰਖ ਮੈਂ ਉਸ ਮਨ ਦੇ ਲਾਗੇ ਹੈ ਜਿਹੜਾ ਘੜੀ ਤੋਂ ਪ੍ਰਦੇਸਾਂ 'ਚ ਚਲੇ ਜਾਂਦਾ ਹੈ, ਅੰਧਲਾ ਹੈ, ਨੀਚ ਹੈ, ਜਾਤ ਪਰਦੇਸੀ, ਇੱਕ ਮਿੰਟ ਦੇ ਵਿੱਚ ਕਿਤੇ ਦਾ ਕਿਤੇ ਚਲੇ ਜਾਂਦਾ। ਇਹਦੀ ਸੰਗਤ 'ਚ ਰਹਿੰਦਾ, ਮੈਂ ਮੂੜਾ ਕਿੱਦਾਂ ਪਾਵਾਂ। ਇਸ ਕਰਕੇ ਆਹੋ ਹੀ ਇੱਥੇ ਹੱਲ ਕੀਤੇ ਵੀ ਜੇ ਤੇਰੇ 'ਤੇ ਅਕਾਲ ਪੁਰਖ ਗੁਰੂ ਹੈ ਉਹ ਤੇਰਾ ਮਨ ਖੜਾ ਕਰ ਦੇਗਾ। ਜੋ ਗੁਰਦੇਵ ਨਾ ਦਹਿ ਦਿਸ ਧਾਵੈ, ਜੋ ਗੁਰਦੇਵ ਤਾਂ ਦਹਿ ਦਿਸ ਧਾਵੈ। ਯਾਦ ਰਹੇ ਸ਼ਬਦ, ਜਿਸ ਤਰ੍ਹਾਂ ਅੰਦਰ ਕਲਾ ਵਰਤਣੀ ਹੈ ਉਹ ਸਾਨੂੰ ਗਾਈਡਲਾਈਨਸ ਦਿੱਤੀਆਂ ਅਭਿਆਸੀ ਨੂੰ ਵੀ ਦੇਖ ਹੁਣ ਆਹ ਚੀਜ਼ ਹੋਣੀ ਹੈ। ਪਹਿਲਾਂ ਨਾਮ ਦਰੜਾਏਗਾ ਆਣ ਕੇ, ਤੈਨੂੰ ਨਾਮ ਦੀ ਠੰਡ ਪਾਏਗਾ, ਤ੍ਰਿਸ਼ਨਾ ਪਹੂਗਾ, ਤੇਰਾ ਮਨ ਖੜਾ ਹੋ ਜਾਊਗਾ। ਉੱਥੋਂ ਬਾਅਦ ਤੂੰ ਪੰਜਾਂ ਦੇ ਦੂਰ ਹੋ ਜਾਏਂਗੇ। ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਹੈ ਉਹ ਤੇਥੇ ਪਰੇ ਹੋ ਜਾਣਗੇ। ਸਭ ਤੋਂ ਵੱਡਾ ਦੁੱਖ ਹੈ, ਪਰ ਸਿਸਟਮੈਟਿਕਲੀ ਲਿਖਿਆ ਉਸੇ ਤਰ੍ਹਾਂ ਹੀ ਹੋਊਗਾ। ਪਹਿਲਾਂ ਕੀ ਹੋਊਗਾ, ਜੋ ਗੁਰਦੇਵ ਤਾਂ ਨਾਮ ਦਰੜਾਵੇ। ਔਰ ਉਹ ਗੁਰਦੇਵ ਜੇ ਅਕਾਲ ਪੁਰਖ ਨੂੰ ਗੁਰਦੇਵ ਕਰੇਗਾ ਤਾਂ ਹੀ ਚੀਜ਼ਾਂ ਵਰਤਣਗੀਆਂ। ਜੋ ਗੁਰਦੇਵ ਤਾਂ ਨਾਮ ਦਰੜਾਵੇ, ਜੋ ਗੁਰਦੇਵ ਨਾ ਦਹਿ ਦਿਸ ਧਾਵੈ, ਜੋ ਗੁਰਦੇਵ ਪੰਚ ਤੇ ਧੂਰੇ, ਜੋ ਗੁਰਦੇਵ ਤਾਂ ਪੰਚ ਤੇ ਦੂਰੇ, ਜੋ ਗੁਰਦੇਵ ਨਾ ਮਾਰੇ ਬਚੂ। ਤੂੰ ਝੁਰ ਕੇ ਮਰੇਗਾ ਨਹੀਂ। ਐਸਾ ਇੱਥੇ ਆਣ ਕੇ ਅੰਕ ਲਾਇਆ। ਔਰ ਇੱਥੋਂ ਬਾਅਦ ਫਿਰ ਰਹਾਉ ਦਰਾਉਣਾ ਹੈ। ਇਹ ਕੌਣ ਕੰਮ ਕਰੇਗਾ? ਸੱਤੇ 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 ਗੁਰਦੇਵ। ਆਪਣੇ ਆਪ ਡੜਿਆ ਕੇ ਮੂੰਹ ਚੋਂ ਰਹਾਉ ਨਿਕਲਿਆ ਵੀ ਕੀ ਕਿਨ ਕਰਨਾ ਹੈ। ਸੱਤੇ 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 ਗੁਰਦੇਵ। ਇਹ ਇਨਸਾਨ ਨਹੀਂ ਕਰ ਸਕਦਾ। ਕਿਸੇ ਇਨਸਾਨ ਨੂੰ ਗੁਰੂ ਕਰ ਲਓ, ਬੰਦੇ ਨੂੰ ਗੁਰੂ ਕਰ ਲਓ, ਇਹ ਚੀਜ਼ ਨਹੀਂ ਹੋਊਗੀ। ਸਾਰਾ ਜਨਮ ਵਿਅਰਥ ਜਾਏਗਾ। ਸੱਤੇ 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 ਗੁਰਦੇਵ। ਝੂਠ 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 ਆਨ ਸਭ ਸੇ। ਆ ਹੁਣ ਐਸਥ ਪੰਜ ਦੂਰ ਹੋ ਗਏ। ਉਹਨਾਂ ਨਾਲ ਅੰਮ੍ਰਿਤ ਪੀਣਾ ਜਿਹੜਾ ਅੰਦਰ ਬਣਦਾ ਸੀ, ਇਹ ਅੰਮ੍ਰਿਤ ਪੀ ਜਾਂਦੇ ਸੀ ਪੰਜੇ ਲੁਟੇਰੇ, ਉਹ ਦੂਰ ਹੋ ਗਿਆ। ਹੁਣ ਅੰਦਰ ਅੰਮ੍ਰਿਤ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ। ਬਾਣੀ ਜਿਹੜਾ ਗੁਰਮੰਤਰ ਜਪਦਾ ਤੂੰ ਉਹਨੂੰ ਬਾਣੀ ਕਿਹਾ ਹੈ। ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ। ਜੋ ਜਪਦਾ ਜੋ ਹੋਰ ਇਸ ਬਾਣੀ ਨੂੰ ਗੁਰਮੰਤਰ ਨੂੰ ਹੋਰ ਅੰਮ੍ਰਿਤ ਤੇਰੇ ਅੰਦਰ ਹੈ। ਚਿਮ ਚਿਮੇ ਚਿਮ ਚਿਮ ਵਰਸੈ, ਚਿਮ ਚਿਮੇ ਚਿਮ ਚਿਮ ਵਰਸੈ। ਅੰਮ੍ਰਿਤ ਧਾਰਾ ਰਾਮ ਅੰਮ੍ਰਿਤ ਧਾਰਾ। ਜਿੱਦਾਂ ਬੰਦਾ ਸ਼ਾਵਰ ਦੇ ਥੱਲੇ ਹੋ ਕੇ ਸ਼ਾਵਰ ਖੜਾ ਹੋ ਕੇ ਸ਼ਾਵਰ ਲੈਂਦਾ, ਅੰਦਰ ਇਸ ਤਰ੍ਹਾਂ ਅੰਮ੍ਰਿਤ ਚਿਮ ਚਿਮ ਵਰਦਾ ਹੈ। ਪਰ ਜਿਹਦੇ ਸਿਰ ਦੇ ਉੱਤੇ ਅਕਾਲ ਪੁਰਖ ਗੁਰਦੇਵ ਹੋਵੇ। ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ, ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ।
ਇਹਦੀ ਅਕਥ ਕਹਾਣੀ ਹੈ, ਕਥਾ ਕੋਈ ਕਹਿ ਨਹੀਂ ਸਕਦਾ। ਬੜੀਆਂ ਕਥਾ ਤੁਰੀਆਂ ਸੀ, ਕਹਾਣੀਆਂ, ਰਮਾਇਣ ਦੀ ਕਹਾਣੀ, ਮਹਾਭਾਰਤ ਦੀ ਕਹਾਣੀ। ਕਹਿੰਦੇ ਓਏ ਆਹ ਕਥ ਕਹਾਣੀ ਦੇਖੋ ਤੁਸੀਂ, ਜੋ ਗੁਰਦੇਵ ਤਾਂ ਕਥ ਕਹਾਣੀ। ਸਾਡੇ 'ਚ ਵੀ ਬੜੀਆਂ ਸੂਰਜ ਪ੍ਰਕਾਸ਼ ਦੀਆਂ ਕਹਾਣੀਆਂ, ਮਾਰ ਜਨਮ ਸਾਖੀ ਦੀਆਂ ਕਹਾਣੀਆਂ, ਸਭ ਬਕਵਾਸ ਹੈ, ਝੂਠ ਹੈ। ਆਹ ਕਹਾਣੀ ਅੰਦਰਲੀ ਸੱਚੀ ਹੈ, ਜੋ ਨਾਮਦੇਵ ਜੀ ਕਹਿ ਰਹੇ, ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ, ਜੋ ਗੁਰਦੇਵ ਤਾਂ ਕਥ ਕਹਾਣੀ, ਜੋ ਗੁਰਦੇਵ ਤਾਂ ਅੰਮ੍ਰਿਤ ਦੇਹ, ਜੋ ਗੁਰਦੇਵ ਤਾਂ ਅੰਮ੍ਰਿਤ ਦੇਹ, ਜੋ ਗੁਰਦੇਵ ਨਾਮ ਜਪੇ ਲੈ। ਸਭ ਕੁਛ ਨਾਮ ਜਪ ਕੇ ਲੈਂਗਾ, ਪਰ ਉਹ ਵੀ ਉਹਦੀ ਜੇ ਕਿਰਪਾ ਹੋਏ। ਜੋ ਗੁਰਦੇਵ ਤੇ ਨਾਮ ਜਪੇ ਲੈ, ਕਿਸੇ ਹੋਰ ਕਰਮ ਕਾਂਡ ਨਾ, ਕਿਸੇ ਹੋਰ ਸੇਵਾ ਨਾਲ ਨਹੀਂ ਇਹ ਚੀਜ਼ ਮਿਲਣੀ। ਜੋ ਗੁਰਦੇਵ ਨਾਮ ਜਪੇ, ਕੌਣ ਉਹਨਾਂ ਭਗਤਾਂ ਦੀ ਬਾਣੀ ਆਈ ਜਿਨ੍ਹਾਂ ਨਾਲ ਨਾਮ ਜਪ ਕੇ ਅਕਾਲ ਪੁਰਖ ਨੂੰ ਇੱਕ ਗੁਰੂ ਮੰਨ ਕੇ ਉਸ ਗੁਰਮੁਖ ਸਿਸਟਮ 'ਚ ਆਣ ਕੇ ਨਾਮ ਜਪਿਆ, ਉਹਨਾਂ ਦੇ ਸ਼ਬਦ ਆਏ ਹੈ, ਜੋ ਗੁਰਦੇਵ ਨਾਮ ਜਪੇ ਲੈ, ਜੋ ਗੁਰਦੇਵ ਨਾਮ ਜਪੇ। ਨਾਮ ਵੀ ਕਿਹੜਾ ਜਪਣਾ, ਨਾਮ ਵੀ ਅਸੀਂ ਸੱਤੇ ਨਾਮ ਜਪਣਾ ਹੈ, ਅਕਾਲ ਪੁਰਖ ਦੇ ਨਾਮ ਨੂੰ ਜਪਣਾ। ਇਸ ਕਰਕੇ ਰਹਾਉ ਆਇਆ, ਸੱਤੇ 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 ਗੁਰਦੇਵ, ਝੂਠ 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 ਆਨ ਸਭ ਸੇ, ਜੋ ਗੁਰਦੇਵ ਭਵਨ ਤਰੈਸੂ। ਆ ਦੇਖੋ ਹੁਣ ਅਗਲੀ ਸਪਿਰਿਚੁਅਲ ਸਟੇਜ ਆਈ। ਐਸੀ ਸੋਝੀ ਆ ਜਾਂਦੀ ਹੈ ਵੀ ਜੋ ਕੁਛ ਧਰਤ ਪਤਾਲ ਤੇ ਆਕਾਸ਼ 'ਚ ਹੋ ਰਿਹਾ ਹੈ, ਤ੍ਰੈ ਭਵਨ ਕਿਹਾ ਇਹਨਾਂ ਨੂੰ। ਭਵਨ ਕਹਿੰਦੇ ਆ ਜਿੱਦਾਂ ਨਹਿਰੂ ਭਵਨ, ਬੜੇ ਭਾਰੇ ਭਵਨ, ਬੜੀਆਂ ਭਾਰੀਆਂ ਬਿਲਡਿੰਗਾਂ। ਆਵੇਂ ਭਵਨ ਅਸੀਂ ਲਫ਼ਜ਼ ਲੈਣਾ। ਸਾਡਾ ਭਵਨ ਹੈ ਇੱਕ ਤੇ ਜ਼ਮੀਨ, ਸਾਰੀ ਜ਼ਮੀਨ, ਅਰਥ, ਧਰਤੀ। ਇੱਕ ਧਰਤੀ ਦੇ ਅੰਦਰਲਾ ਹਿੱਸਾ, ਉਹਨੂੰ ਪਤਾਲ ਕਿਹਾ ਹੈ। ਇੱਕ ਧਰਤੀ, ਇੱਕ ਪਤਾਲ, ਇੱਕ ਧਰਤੀ ਦੇ ਆਲੇ ਦੁਆਲੇ ਜਿਹੜਾ ਖਾਲੀ ਹੈ ਥਾਂ, ਸਾਰਾ ਆਕਾਸ਼, ਉਹਨੂੰ ਤੀਸਰਾ ਭਵਨ ਕਿਹਾ ਹੈ। ਤਿੰਨਾਂ ਭਵਨਾਂ ਤੋਂ ਬਾਅਦ ਐਸੀ ਸਾਡਾ ਗਿਆਨ ਹੈ ਜਿਹੜਾ ਐਸੀ ਸਾਇੰਟੀਫਿਕਲੀ ਕਲੀਅਰ ਚੀਜ਼ ਲਿਖ ਰਿਹਾ ਕਿ ਇੱਕ ਧਰਤੀ ਹੈ, ਇੱਕ ਧਰਤੀ ਦੇ ਅੰਦਰ ਜਿੱਥੇ ਅੱਗ ਹੀ ਅੱਗ ਭਰੀ ਪਈ ਆ, ਪਤਾਲ ਹੈ। ਇੱਕ ਧਰਤੀ ਦੇ ਆਲੇ ਦੁਆਲੇ ਖੁੱਲ੍ਹਾ ਆਕਾਸ਼ ਹੈ, ਜਿਸ 'ਚ ਧਰਤੀ ਘੁੰਮਦੀ ਹੈ, ਉਹਨੂੰ ਆਕਾਸ਼ ਕਿਹਾ ਹੈ। ਇਸੇ ਕਰਕੇ ਆ ਜਿਹੜੀ ਰੇਡੀਓ ਜਾਂ ਸਾਰੀਆਂ, ਉਹਨੂੰ ਈਥਰ ਵੀ ਕਿਹਾ ਹੈ। ਸਾਡੀਆਂ ਸਾਰੀਆਂ ਜਿੰਨੀਆਂ ਆਕਾਸ਼ ਬਾਣੀ ਜਾਂ ਸਾਰੀ, ਉਹ ਬਾਹਰਲਾ ਆਕਾਸ਼ ਹੈ, ਵਿੱਚ ਧਰਤੀ ਹੈ, ਔਰ ਧਰਤੀ ਦੇ ਅੰਦਰਲਾ ਜਿਹੜਾ ਕਿ ਐਡਾ ਵੱਡਾ ਹਿੱਸਾ, ਉਹਨੂੰ ਪਤਾਲ ਕਿਹਾ ਹੈ। ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਉਹਨੂੰ। ਜੋ ਕੁਛ ਇਹਨਾਂ ਤਿੰਨਾਂ ਭਵਨਾਂ 'ਚ ਹੋ ਰਿਹਾ ਹੈ, ਉਹਨੂੰ ਆਪਣੇ ਅਕਾਲ ਪੁਰਖ ਵੱਲੋਂ ਇੰਨੀ ਸੋਝੀ ਆ ਜਾਂਦੀ ਹੈ ਵੀ ਉਹ ਉਹਨਾਂ ਤਿੰਨਾਂ ਭਵਨਾਂ ਉਹਨੂੰ ਸੁਝਣ ਲੱਗ ਪੈਂਦੇ ਹੈ। ਜੋ ਗੁਰਦੇਵ ਭਵਨ ਤਰੈ ਸੂਝ, ਜੋ ਗੁਰਦੇਵ ਭਵਨ ਤਰੈ ਸੂਝ, ਜੋ ਗੁਰਦੇਵ ਊਚ ਪਦ ਬੂਝੈ। ਊਚ ਪਦ, ਜੋ ਗੁਰਦੇਵ ਊਚ ਪਦ ਬੂਝੈ, ਜੋ ਗੁਰਦੇਵ ਤਾਂ ਸੀਸੇ ਆਕਾਸ਼। ਸਿਰ ਆਕਾਸ਼ ਨਾਲ ਜਾ ਲੱਗਦਾ, ਇਹ ਨਹੀਂ ਹੈ ਮਤਲਬ ਵੀ ਆ ਸਾਡਾ ਸਿਰ ਅੰਦਰ ਹੀ ਅੰਦਰ ਐਸੀ ਚੜ੍ਹਾਈ ਹੋ ਜਾਂਦੀ ਹੈ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪੱਤੇ ਪਵੜੀਆਂ ਚੜ੍ਹੀਏ, ਹੋਵੇਂ 21 ਸੁਣੇ ਗੱਲਾਂ ਆਕਾਸ਼ ਕੀ। ਉਹ ਜਿਹੜੀ ਆਕਾਸ਼ ਬਾਣੀ ਆ, ਅਨਾਦਿ ਸ਼ਬਦ, ਆਕਾਸ਼ ਤੱਕ ਪਤਾ ਨਹੀਂ ਕਿੱਥੇ ਤੱਕ ਚੜ੍ਹਾਈ ਹੈ। ਅੰਦਰਲੀਆਂ ਚੀਜ਼ਾਂ ਜਿਹੜੇ ਭਗਤ ਦੇਖ ਰਹੇ, ਉਹ ਆਪਣੇ ਸ਼ਬਦਾਂ 'ਚ ਦੱਸ ਰਹੇ ਨੇ ਵੀ ਇਹ ਚੀਜ਼ ਗਾਂ ਅੱਗੇ ਆ ਹੋਣੀ ਹੈ। ਜੋ ਗੁਰਦੇਵ ਤਾਂ ਸੀਸ ਆਕਾਸ਼, ਜੋ ਗੁਰਦੇਵ ਸਦਾ ਸ਼ਾਬਾਸ਼। ਇੱਥੇ ਤੱਕ ਜਿਹੜਾ ਪਹੁੰਚ ਜਾਏ ਉਹਨੂੰ ਸਦਾ ਹੀ ਦਰਗਾਹ 'ਚ ਸ਼ਾਬਾਸ਼ ਮਿਲਦੀ ਹੈ, ਵੈਲਕਮ ਹੁੰਦੀ ਹੈ। ਦਰਗਾਹ ਦੇ ਵਿੱਚ ਉਹਦਾ ਮਾਣ ਹੁੰਦਾ, ਉੱਥੇ ਸ਼ਾਬਾਸ਼ ਮਿਲਦੀ ਹੈ। ਬਾਹਰ ਭਾਵੇਂ ਨਾ ਭਗਤਾਂ ਦੀ ਜੰਜੀਰਾਂ ਪਈਆਂ, ਬਾਹਰ ਭਾਵੇਂ ਵੱਟੇ ਪੈਂਦੇ, ਬਾਹਰ ਭਾਵੇਂ ਨਿੰਦਿਆ ਹੁੰਦੀ ਹੈ, ਪਰ ਆਹ ਜਿਹੜੀ ਸ਼ਾਬਾਸ਼ ਹੈ
ਇਹ ਦਰਗਾਹ ਦੀ ਮਿਲੀ ਹੈ। ਜੋ ਗੁਰਦੇਵ ਸਦਾ ਸਾਬਾਸੇ, ਜਹ ਗੁਰਦੇਵ ਸਦਾ ਸਾਬਾਸੇ। ਉਹ ਬਾਹਰਲੇ ਲੋਕਾਂ ਦੀ ਪਰਵਾਹ ਨਹੀਂ ਫਿਰ ਕਰਦੇ, ਉਹਨਾਂ ਨੂੰ ਪਤਾ ਵੀ ਸਾਡੀ ਅੰਦਰਲੇ ਉੱਥੇ ਜਾ ਕੇ ਸ਼ਾਬਾਸ਼ ਆ, ਔਰ ਅਸੀਂ ਬਹੁਤ ਖੱਟੀ ਚਾਂ, ਇਸ ਕਰਕੇ ਉਹ ਬਾਹਰਲੀ ਨਿੰਦਿਆ ਚੁਗਲੀ ਔਰ ਇਹਨਾਂ ਦੁੱਖਾਂ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਅਕਾਲ ਪੁਰਖ ਗੁਰੂ ਹੈ। ਜੋ ਗੁਰਦੇਵ ਸਦਾ ਸ਼ਾਬਾਸੀ। ਉਹ ਗੁਰਦੇਵ ਕੌਣ ਹੈ? ਸੱਤੇ 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 ਗੁਰਦੇਵ। ਕੋਈ ਗ੍ਰੰਥ, ਕੋਈ ਗੁਰੂ, ਕੋਈ ਇਨਸਾਨ ਮੁਕਾਬਲਾ ਕਰ ਲਓ ਇਹਨਾਂ ਚੀਜ਼ਾਂ ਦਾ। ਜੇ ਅਸੀਂ ਗੁਰਦੇਵ ਗਲਤ ਮੰਨ ਲਿਆ, ਅਸੀਂ ਇਕੁਏਸ਼ਨ ਹੀ ਗਲਤ ਪਾ ਗਏ। ਜੇ ਅਸੀਂ ਇਸ ਗਿਆਨ ਦੇ ਹਿਸਾਬ ਨਾਲ ਇਕੁਏਸ਼ਨ ਔਰ ਡੈਫੀਨੇਸ਼ਨ ਸਹੀ ਨਾ ਪਾਈ ਗੁਰਦੇਵ ਦੀ, ਅਸੀਂ ਭਟਕਦੇ ਫਿਰਾਂਗੇ, ਸਾਨੂੰ ਰਾਹ ਨਹੀਂ ਮਿਲੇਗਾ। ਸ਼ਬਦਾਂ ਤੋਂ ਰਾਹ ਮਿਲੇਗਾ ਵੀ ਗੁਰਦੇਵ ਕਿਹਨੂੰ ਕਰਨਾ ਹੈ। ਗੁਰਦੇਵ ਅਕਾਲ ਪੁਰਖ ਹੈ। ਇਸੇ ਕਰਕੇ ਸਾਡਾ ਸਿੰਘਾਂ ਦਾ ਪੁਰਾਣਾ ਨਾਰਾ ਹੁੰਦਾ ਸੀ, ਸੱਤੇ ਸ੍ਰੀ ਅਕਾਲ। ਸੱਤੇ ਕੌਣ ਹੈ? ਅਕਾਲ ਹੀ ਅਕਾਲ ਸੱਤ ਹੈ, ਬਾਕੀ ਸਭ ਝੂਠ ਹੈ। ਆਮ ਨਾਰਾ ਸਿੰਘਾਂ ਨੇ ਮਾਰਿਆ, ਸੱਤੇ ਸ੍ਰੀ ਅਕਾਲ ਬੋਲੇ ਸੋ ਨਿਹਾਲ। ਸੋ ਸੱਤੇ ਸਾਡਾ ਇੰਟਰਨੈਸ਼ਨਲ ਨਾਰਾ, ਉਹੀ ਅਕਾਲ ਹੀ ਸੱਤੇ ਹੈ। ਇਸੇ ਕਰਕੇ ਭਗਤ ਜੀ ਨਾ ਰਹਾਉ ਦੀ ਤੁਕ ਦਿੱਤੀ, ਸੱਤੇ 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 ਗੁਰਦੇਵ। ਝੂਠ 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 ਆਨ ਸਭ, ਜੋ ਗੁਰਦੇਵ ਸਦਾ ਬੈਰਾਗੀ। ਬੈਰਾਗੀ ਬਹੁਤ ਭਾਰਾ ਇੱਕ ਬਲਾ ਸੀ ਵੀ ਬੈਰਾਗ 'ਚ ਜਿੰਨੇ ਬੈਰਾਗੀ ਤੁਰੇ ਫਿਰਦੇ ਸੀ, ਆ ਜਿੰਨੇ ਟੋਲਿਆਂ ਦੇ ਟੋਲੇ, ਉਹ ਕਹਿੰਦੇ ਜੇ ਤੇਰੇ ਤੇ ਅਕਾਲ ਪੁਰਖ ਹੈ ਤੂੰ ਸਦਾ ਹੀ ਅੰਦਰੋਂ ਬੈਰਾਗ 'ਚ ਆਏਗਾ। ਕਬੀਰ ਸਾਹਿਬ ਕਹਿੰਦੇ ਹੈ, ਬੈਰਾਗੀ ਕੌਣ ਹੈ? ਰੇ ਮਨ ਤੇਰੋ ਕੋਈ ਨਹੀਂ, ਖਿੰਚ ਲੈ ਜਿਨ ਪਾਰ। ਰੈਣ ਬਸੇਰੋ ਪੰਖੋ ਤੈਸੋ ਇਹ ਸੰਸਾਰ। ਅਖੀਰ ਤੇ ਜਾ ਕੇ ਕਹਿੰਦੇ ਹੈ ਭਈ ਬੈਰਾਗ, ਰਾਮ ਸਿਮਰੇ ਬੈਰਾਗ। ਜਿਨ ਚਿਕਰ ਤੂੰ ਰਾਮ ਦਾ ਸਿਮਰਨ ਨਹੀਂ ਕਰਦਾ, ਉਨ ਚਿਕਰ ਤੂੰ ਬੈਰਾਗ 'ਚ ਨਹੀਂ ਆਖਦਾ। ਕਹੋ ਕਬੀਰ ਰਾਮ ਸਿਮਰੇ ਬੈਰਾਗ। ਇਸ ਕਰਕੇ ਜਿਹੜਾ ਗੁਰਦੇਵ ਹੈ ਅਕਾਲ ਪੁਰਖ ਔਰ ਨਾਮ ਜਪਾਉਂਦਾ ਔਰ ਸਿਮਰਨ ਦੀ ਅਵਸਥਾ ਤੱਕ ਲਿਆਂਦਾ ਹੈ, ਤਾਂ ਬੈਰਾਗੀ ਬਣਦਾ ਹੈ। ਜੋ ਗੁਰਦੇਵ ਸਦਾ ਬੈਰਾਗੀ, ਜੋ ਗੁਰਦੇਵ ਪਰ ਨਿੰਦਾ ਤਿਆਗੀ। ਜੋ ਗੁਰਦੇਵ ਬੁਰਾ ਭਲਾ ਏਕ, ਜੋ ਗੁਰਦੇਵ ਲਿਲਾਟੇ ਲੇਖ। ਲਿਲਾਟੇ ਉਹਦੇ ਮੱਥੇ 'ਚ ਲੇਖ ਲਿਖੇ ਜਾਂਦੇ। ਅਗਲਾ ਜਨਮ ਵੀ ਜੇ ਉਹਨੂੰ ਮਿਲਿਆ, ਉਹਦੇ ਸਾਰੇ ਕਰਮ ਐਸਾ ਲਿਲਾਟੇ ਲੇਖ ਹੈ, ਐਸਾ ਉਹਦਾ ਕਰਮ, ਐਸਾ ਥਾਂ ਪੈਂਦਾ ਹੈ ਨਾਮ ਜਪਣਾ ਵੀ ਉਹਦੇ ਗਾਂ ਕਰਮਾਂ ਦੇ ਕਰਮ ਭਲੇ ਸੰਜੋਗ ਖੁੱਲ੍ਹ ਜਾਂਦੇ ਹੈ। ਜੋ ਗੁਰਦੇਵ ਲਿਲਾਟੇ, ਜੋ ਗੁਰਦੇਵ। ਜਦੋਂ ਇੱਥੇ ਤੱਕ ਅਵਸਥਾ ਆ ਜਾਂਦੀ ਹੈ, ਫਿਰ ਬੌਡੀ ਬੁੱਢੀ ਨਹੀਂ ਹੁੰਦੀ, ਬਿਮਾਰ ਨਹੀਂ ਹੁੰਦੀ, ਰੋਗ ਸੋਗ ਸਭ ਮਿਟ ਗਏ। ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਏਂਦਾ, ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਇੱਥੇ ਜਿਸਮ ਨੂੰ ਕੰਧ ਕਿਹਾ ਹੈ, ਕੰਧ, ਇਸ ਜਿਸਮ ਨੂੰ ਕੰਧ ਕਿਹਾ ਹੈ। ਜੋ ਗੁਰਦੇਵ ਕੰਧ ਨਹੀਂ ਹੀਰਾ। ਹੀਰੇ ਕੀ ਤੇਰੀ ਸਦਾ ਤੂੰ ਡੈਥਲੈਸ ਹੋ ਜਾਏਗਾ। ਕੰਧ ਕਹਿੰਦੀ ਬੌਡੀ ਨੂੰ। ਜੋ ਗੁਰਦੇਵ ਕੰਧ ਨਹੀਂ ਹੀਰਾ। ਆਹਾ ਅੱਗੇ ਦਿਉਰਾ ਫਿਰਨ ਲੱਗਾ ਹੈ। ਜੇ ਮੇਰਾ ਅਕਾਲ ਪੁਰਖ ਗੁਰੂ ਸੀ, ਉਹਨੇ ਦਿਉਰਾ ਫੇਰਿਆ, ਮੈਂ ਨਹੀਂ ਫੇਰਿਆ। ਇਸੇ ਸ਼ਬਦ 'ਚ ਜਿਹੜੀ ਗਾਂ ਜੀਂਦੀ ਕੀਤੀ ਸੀ ਉਹਦਾ ਵੀ ਜ਼ਿਕਰ ਆਏਗਾ। ਔਰ ਜਿਹੜੀ ਛੰਨ ਛੁਆਈ ਸੀ ਨਾਮਦੇਵ ਜੀ ਦੇ, ਆਪੇ ਅਕਾਲ ਪੁਰਖ ਆਣ ਕੇ ਕੰਮ ਕਰਦਾ ਸੀ। ਇੱਕੋ ਚੀਜ਼ ਅਸੀਂ ਦੱਸ ਦਈਏ। ਕਈ ਕਹਿੰਦੇ ਜੀ ਭਗਤਾਂ ਨੇ ਕਰਾਮਾਤ ਕੀਤੀਆਂ ਸਾਰੀਆਂ, ਅੱਜ ਅਸੀਂ ਇੱਕੋ ਹੀ ਐਸਾ ਮਾਈਲਸਟੋਨ ਕੱਢਾਂਗੇ ਭਗਤਾਂ ਦੀ ਬਾਣੀ 'ਚ ਵੀ ਉਹਨਾਂ ਨਾ ਗੁਰੂਆਂ ਨੇ, ਨਾ ਕਿਸੇ ਮਹੱਲੇ ਨੇ, ਨਾ ਕਿਸੇ ਭਗਤਾਂ ਨੇ ਕੋਈ ਕਰਾਮਾਤ ਕਦੀ ਨਹੀਂ ਦਿਖਾ ਲਈ। ਕਿਉਂਕਿ ਤੁਕ ਆਉਂਦੀ ਹੈ ਨਾਮਦੇਵ ਜੀ ਜਿਹਨੂੰ ਗਾਂ ਜੀਂਦੀ ਕੀਤੀ ਹੈ। ਔਰ ਉਹ ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰਬੀਠਲਾ ਰਹਾਉ ਦੀ ਤੁਕ ਹੈ। ਔਰ ਜਦੋਂ ਗਾਂ ਜੀਂਦੀ ਹੋ ਜਾਂਦੀ, ਬਛੜਾ ਮੇਲਦੇ ਸਾਰਾ ਔਰ ਸਾਰਾ, ਅਤੇ ਉਹ ਸੁਲਤਾਨ ਕਹਿੰਦਾ ਇਹ ਕੀ ਕੀਤਾ ਭਗਤ। ਅਤੇ ਉਹ ਆਪਣੀ ਆਪ ਆਟੋਬਾਇਓਗ੍ਰਾਫੀ ਲਿਖਦੇ, ਆਪਣਾ ਸ਼ਬਦ ਦਿੰਦੇ ਹੈ ਵੀ ਮੈਂ ਕੀ ਕਿਹਾ। ਉਹਨਾਂ ਨੇ ਕਿਹਾ ਹਮ ਤੇ ਕਛੂ ਹਮਰਾ ਕੀਆ ਕਛੂ ਨਾ ਹੋਏ, ਕਰ ਹੀ ਰਾਮ ਹੋਏ ਸੋ ਹੋਏ। ਦੇਖ ਕਿੱਡੀ ਗਰੀਬੀ ਦੇ ਲਾਹੌਦਰ। ਫਿਰ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਜੀ ਭਗਤਾਂ ਨੇ ਗਾਂ ਜੀ ਦੀ ਕਰਤੀ, ਫਲਾਂ ਅਗਿਆਨਤਾ ਹੈ। ਹਮਰਾ ਕੀਆ ਕਛੂ ਨਾ ਹੋਏ, ਕਰ ਹੀ ਰਾਮ
ਹੋਏ ਸੋ ਹੋਏ। ਉਹਨਾਂ ਨੇ ਡੇਰਾ ਫੇਰਿਆ, ਉਹਨਾਂ ਨੇ ਛੰਨ ਚਾਈ, ਉਹਨਾਂ ਨੇ ਸਭ ਕੁਝ ਕੀਤਾ। ਇੱਥੇ ਸਾਫ਼ ਹੈ ਗੁਰਦਿਓ, ਜਾਓ ਗੁਰਦਿਓ ਫਿਰ ਡੇਰਾ। ਇਸ ਕਰਕੇ ਕਹਿੰਦੇ ਹਮਰਾ ਕੀਆ ਕਛੂ ਨਾ ਹੋਏ, ਕਰ ਹੇ ਰਾਮ ਹੋਏ ਸੋ ਹੋਏ। ਇਸੇ ਕਰਕੇ ਜਿਹੜੇ ਗੁਰੂ ਨਾਨਕ ਹੈ ਉਹ ਵੀ ਕਹਿੰਦਾ ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮੇ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਮੈਂ ਕਰ ਦੇਖ ਲਿਆ, ਉਹ ਨਹੀਂ ਹੁੰਦਾ, ਪਰ ਜੋ ਤੂੰ ਕਰਦਾ ਉਹ ਹੁੰਦਾ। ਇਸ ਕਰਕੇ ਇਹ ਕਿਸੇ ਨੇ ਕਰਾਮਾਤ ਨਹੀਂ ਦਿਖਾਈ, ਨਾ ਮਹੱਲਿਆਂ ਨਾ ਭਗਤਾਂ ਨਾ। ਉਹ ਪਰਮਾਤਮਾ ਆਪ ਆਣ ਕੇ ਲਾਜ ਰੱਖਦਾ ਸੀ। ਜੋ ਗੁਰਦੇਵ ਤੰਦ ਨਹੀਂ ਹਿਰੈ, ਜੋ ਗੁਰਦੇਵ ਦੇਹਰਾ ਫਿਰੈ, ਜੋ ਗੁਰਦੇਵ ਤਾਂ ਛਾਪਰੇ ਪਰ ਅਕਾਲ ਪੁਰਖ ਨਾਲ ਗੁਰਦੇਵ ਠੋਕ ਗਏ, ਕਹਿੰਦੇ ਮੈਂ ਨਹੀਂ ਕਰ ਰਿਹਾ। ਜਾ ਗੁਰਦੇਵ ਛਾਪਰੇ ਛਾਈ, ਜੋ ਗੁਰਦੇਵ ਸਹਿਜ ਨਿਕਸਾਈ, ਜੋ ਗੁਰਦੇਵ ਤਾਂ 8 ਸੱਠੇ ਨਹਾਇਆ। ਔਰ 68 ਤੀਰਥਾਂ ਦਾ ਮੈਂ ਇਸ਼ਨਾਨ ਅੰਦਰ ਹੀ ਕਰ ਲਿਆ। ਜੋ ਗੁਰਦੇਵ ਤਾਂ ਹਿੰਦੂ ਭਗਤ ਹੈ, ਹਿੰਦੂਆਂ 'ਚ ਇੱਕ ਪੈਗਾਮ ਦੇ ਰਿਹਾ ਸਾਰੇ ਹਿੰਦੂਆਂ ਨੂੰ, ਦੇਖੋ ਮੈਂ 68 ਤੀਰਥ ਮੇਰਾ ਅਕਾਲ ਪੁਰਖ ਗੁਰੂ ਔਰ ਮੈਂ ਅੰਦਰ ਹੀ ਨਹਾ ਰਿਹਾ। ਜੋ ਗੁਰਦੇਵ ਤਾਂ 8 ਸੱਠੇ ਨਹਾਇਆ, ਜੋ ਗੁਰਦੇਵ ਤਨੇ ਚੱਕਰ ਲਗਾਇਆ। ਉਹ ਮਸਨੂਈ ਚੱਕਰ ਬਾਹਮਣ ਲਾਉਂਦੇ ਸੀ ਮੱਥਿਆਂ ਮੱਥਿਆਂ ਤੇ ਆਪਣਾ ਸਾਰਾ। ਕਹਿੰਦੇ ਮੇਰੇ ਹਿਰਦੇ ਫੇਰ ਚਲੇ ਤੁਧ ਨਾਲੀ, ਮੇਰੇ ਤਨ 'ਚ ਪਰਮੇਸ਼ਰ ਦੇ ਨਾਮ ਦੇ ਹੀ ਚੱਕਰ ਲੱਗ ਰਹੇ ਹੈ। ਜੋ ਗੁਰਦੇਵ ਤਨੇ ਚੱਕਰ ਲਗਾਇਆ, ਇਹ ਜੋ ਗੁਰਦੇਵ ਤਾਂ ਦੁਆਦਸ ਸੇ। ਬੜੀ ਦੁਆਦਸ ਸੇਵਾ ਮਸ਼ਹੂਰ ਸੀ ਹਿੰਦੂਆਂ 'ਚ, ਬਾਹਰਲੀ ਤੇ ਉਹਦੇ ਲਈ ਲਿਖ ਰਹੇ ਨੇ। ਜੋ ਗੁਰਦੇਵ ਤਾਂ ਦੁਆਦਸ ਸੇਵਾ, ਜੋ ਗੁਰਦੇਵ ਸਭੇ ਬਿਖ ਮੇਵਾ। ਜਿੰਨੀਆਂ ਸਾਰੀਆਂ ਚੀਜ਼ਾਂ ਸਾਰੀਆਂ ਕਹਿੰਦਾ ਉਹ ਬਿਖ, ਉਹ ਵੀ ਮਿਠਾਸ 'ਚ ਤਬਦੀਲ ਹੋ ਗਈ। ਸੱਤੇ 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 ਗੁਰਦੇਵ। ਆਹ ਵੱਡਾ ਭਾਰਾ ਸਹਿੰਸਾ ਹੈ ਬੰਦੇ 'ਚ। ਇਹ ਸਹਿੰਸਾ ਨਹੀਂ ਜਾਂਦਾ ਵੀ ਇਹ ਸੰਸਾਰ ਕੀ ਹੈ, ਅਸੀਂ ਜੀਣਾ ਕੀ ਹੈ, ਅਸੀਂ ਹੈ ਕੀ ਹੈ। ਸਹਿੰਸਾ ਜਿਹਾ ਪਿਆ ਇਨਸਾਨ ਨੂੰ। ਉਹ ਮਹਾਰਾਜ ਕਹਿੰਦੇ ਜੋ ਗੁਰਦੇਵ ਤਾਂ ਸੰਸਾਰ ਟੂਟੈ, ਇਹ ਜੋ ਗੁਰਦੇਵ ਤਾਂ ਜਮ ਕੇ ਛੂਟੈ। ਇਹਨਾਂ ਦਾ ਅਕਾਲ ਪੁਰਖ ਗੁਰੂ ਉਹ ਜੰਮ ਤੋਂ ਛੁੱਟਣਗੇ, ਬਾਕੀ ਉਹ ਸਾਰਿਆਂ ਨੂੰ ਬੰਨ੍ਹ ਕੇ ਲੈ ਜਾਣੇ ਉਹਨੇ। ਜੋ ਗੁਰਦੇਵ ਤਾਂ ਜੰਮ ਤੇ ਛੂਟੈ, ਇਹ ਜੋ ਗੁਰਦੇਵ ਤਾਂ ਭਉ ਜਲ ਤਾਰੈ, ਜੋ ਗੁਰਦੇਵ ਤਾਂ ਜਨਮੇ ਨਾ ਮਰੈ, ਜਨਮੇ ਨਾ ਮਰੈ। ਇੱਕ ਨੰਨਾ ਵਿੱਚ ਦਿੱਤਾ, ਇਹਨੂੰ ਦਹਿਲੀ ਦੀਪਕ ਕਹਿੰਦੇ। ਇਹਦੀ ਲੋ ਮਰੇ ਵੱਲ ਵੀ ਹੈ, ਜਨਮੇ ਵੱਲ ਵੀ ਹੈ। ਇਸ ਕਰਕੇ ਇੱਕ ਨੰਨਾ ਦਿੱਤਾ, ਇਹਨੂੰ ਦਹਿਲੀ ਦੀਪਕ। ਇਹ ਪਿੰਗਲ ਦੀ ਚਾਲ ਹੈ, ਦੋਨੋਂ ਬੰਨੇ ਲੱਗੇਗਾ। ਜਿੱਦਾਂ 2 ਕਮਰੇ ਹੋਣ, ਉਹਦੇ 'ਚ ਹਨੇਰਾ ਦੋਵਾਂ ਕਮਰਿਆਂ 'ਚ ਹੋਵੇ, ਉਹਦੀ ਜਿਹੜਾ ਸੈਂਟਰ ਦਾ ਦਰਵਾਜ਼ਾ ਹੁੰਦਾ ਉਹਦੀ ਦਹਲੀਜ਼ 'ਤੇ ਦੀਵਾ ਰੱਖ ਦਿਓ, ਦੋਨਾਂ ਅੰਦਰ ਲੋ ਜਾਏਗੀ। ਇਹ ਬਹੁਤ ਵਾਰੀ ਇਸ ਗਿਆਨ 'ਚ ਆਏਗਾ। ਇਹਨੂੰ ਦਹਿਲੀ ਦੀਪਕ ਕਹਿੰਦੇ ਆ। ਉੱਧਰ ਵੀ ਲੋ, ਉੱਧਰ ਵੀ ਲੋ। ਤੋ ਨੰਨਾ ਇਹ ਨਹੀਂ ਵੀ ਜੋ ਗੁਰਦੇਵ ਤਾਂ ਜਨਮੇ, ਵੀ ਉਹ ਜਨਮੇਗਾ ਨਹੀਂ। ਜੋ ਗੁਰਦੇਵ ਨਾ ਮਰੈ ਤੇ ਠੀਕ ਹੈ, ਜੋ ਗੁਰਦੇਵ ਤਾਂ ਜਨਮੇ ਵੀ ਉਹ ਮੁੜ ਕੇ ਜਨਮ ਨਹੀਂ। ਨੰਨਾ ਦੋਨਾਂ ਨੂੰ ਲੱਗੇ। ਜੋ ਗੁਰਦੇਵ ਤਾਂ ਜਨਮੇ ਨਾ ਮਰੈ, ਦੋਨਾਂ ਦੇ ਬੰਨੇ ਲੱਗਦਾ। ਜੋ ਗੁਰਦੇਵ ਤਾਂ ਜਨਮੇ ਨਾ ਮਰੈ, ਜੋ ਗੁਰਦੇਵ 8-10 ਬਿਹੋਹਾਰ, ਜੋ ਗੁਰਦੇਵ 18 ਭਾਰ। 18 ਭਾਰ ਬੜੇ ਮਸ਼ਹੂਰ ਸੀ। ਪਹਿਲਾਂ ਮਨ ਪੱਕਾ ਭਾਰ ਹੁੰਦਾ ਸੀ। ਇੱਕ ਭਾਰ ਦਾ ਮੇਜਰਿੰਗ ਵੇਟ ਹੈ 18 ਭਾਰ, ਵੀ ਜਿੰਨੀ ਬਨਸਪਤੀ ਸਾਰਾ 18 ਭਾਰ, ਵੀ 18 ਮਣ ਪੱਕਾ ਸਾਰਾ। ਇੱਕ ਪਿਛਲੇ ਵਜ਼ਨ ਦੇ ਬੋਲੀ ਹੈ ਸਾਡੀ। ਤੇ ਇਸ ਕਰਕੇ ਜੋ ਗੁਰਦੇਵ ਤਾਂ 18 ਭਾਰ ਤੇ ਅਖੀਰ ਤੇ ਤੋੜਾ ਲਾਉਂਦੇ ਹੈ। ਬਿਨ ਗੁਰਦੇਵ ਆਵਰ ਨਹੀਂ ਜਾਈ,
बगैर अकाल पुरख तो गुरु करन दे होर कोई जाई जगह कोई तेरा छुट नहीं सकता तू। बिन गुरदेव आवर नहीं जाई, नाम दियो गुर की सरनाई। आ गुर साफ हो गया। गुर केड़ा गुर दी? और जिहड़ा अकाल पुरख है। नाम दियो गुर की सरनाई, नाम दियो गुर की सरनाई। जो सत्य सत्य होन सारा शब्द समझ के हुण एक बारी अपने आप मूंहों निकलेगा। सत्य 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 गुरदेव, झूठ 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 आन सब से। अगला असी लेने एडा वड्डा समर्थ है गुरदेव। अगला असी पन्ना 1152 ते महलियां दे शब्द चकदे हैं। ये सी नामदेव जी का शब्द जिस एडी ताकत दसी है इस अकाल पुरख गुरदेव की, और असी ओदे सिख हैं। असी आप नहीं कह रहे, बाणी जी लिखिया गुर सते गुर का जो सिख खाए सो भलके उठा नाम ते आवे। साडा बाणी एडी क्लीयर है लिखी भी असी ना गुरु नानक दे सिख हैं ना किसी बंदे दे सिख हैं। असी हैं गुर सते गुर का जो सिख खाए। सारे महल्ले ओदे सिख, सारे भगतों दे सिख। इस करके जिहड़ा वो अकाल पुरख है उही मोजस दा सतगुरु, उही क्राइस्ट दा सतगुरु, उही कबीर जी दा सतगुरु, ओह हजरत मुहम्मद साहब दा मुरशद। मुरशद वो देह च मनदे बाकी, लेकिन मुरशद असल अकाल पुरख है। इस करके मुरशद महापुरख ये सतगुरु संत साध सतगुरु ये सारा ही अकाल पुरख से असीं वरा रहे हैं, और बाणी सानू राह दे रही है। इस करके ऐसी अनमोल हीरे ये बाणी की है। भगत भंडार तो याद करने वाली है खोजियां सज्जणों ਲਈ। बाणी की है, बाणी ज्ञान है, लेकिन ये भगती का भंडार है। ये किदा असर करेगी? ये गाउणना या सुनना नहीं असर करना इन्हें। वो सुनो सब कुछ करो पर अगली तुक आएगी। भगत भंडार गुरबाणी लाल गावत सुनत कमावत निहाल। जिन चिकर तुसी ये जो कहदी बाणी ज्ञान कहंदा ਉਹਦੀ कमाई नहीं करते उन चिकर तुहाडे ते कोई असर नहीं होएगा। लेकिन तुसी तुहानू बहुत चीज़ां समझ आउण लग पैणगीਆਂ। साहब भगत भंडार है पर भगती न फलनी नहीं है। जे तुसी जो कहा है उदां दी कमाई नहीं करते नाम दी। भगत भंडार गुरबाणी लाल गावत सुनत कमावत निहाल। जिन चिकर कमावांगे ना तां निहाल। और निहाल बाणी गा के निहाल नहीं होना, क्योंकि तो कौंदी गौड़ी सुखमनी दी गुर का शब्द जपे पे निहाल। दो चीज़ां नहीं हो सकदियां। बाणी ना निहाल नहीं होना, बाणी ना ज्ञान देना है। गुर का शब्द जपे पे निहाल। इस करके जिहड़ा जप के निहाल होना इस गुरु का शब्द जपना है। लेकिन बाणी जिहड़ी है ਉਹਦੇ ਲਈ ਉਹਦੇ ਨਾਲ ਨਿਹਾਲ नहीं होना। ਉਹ ਸਾਡੇ ਕੋਈ ਉਹ ਸਾਨੂੰ ਆ ਰਾਹ ਦੱਸੇਗੀ। ਆ ਸਾਰੇ ਬਾਣੀ ਦੇ ਹੀ ਸ਼ਬਦ ਪੜ੍ਹ ਰਹੇ हैं। इस करके भगत भंडार गुरबाणी लाल गावत सुनत कुमावत निहाल। कुमावत की है गुर का शब्द जपे पै निहाल। इस करके जड़ा जिन चकर असी शब्द का जप नहीं करते उन चकर निहाल नहीं होना। इस करके साडी बाणी वो गुरदेव दस रही है। हुण अगला असी महलियां का शब्द लेने हैं भी आह एडा वड्डा समर्थ गुरदेव है। सब ते वड्ड समर्थ गुरदेव सभे सुख पाई तिस की सेव। रहो सब ते वड्ड समर्थ गुरदेव सभे सुख पाई तिस की सेव। उनको सब ते वड्ड समर्थ गुरदेव सब सुख पाई तिस की सेव। ਉਹਦੀ सेव की है नाम हमारे गुर की से नाम हमारे सब सुख पाई तिस की सेवा। असी नाम समर्थ गुरदेव सब सुख पाई तिस की सेवा।
ਇਹੋ ਜਿਹਾ ਗਿਆਨ ਦੇਖ ਕੇ, ਇਹੋ ਜਿਹੀਆਂ ਰਹਾਉਦੀਆਂ ਤੁਕਾਂ ਵੀ ਇਹੋ ਜਿਹੇ ਸਮਰੱਥ ਗੁਰੂ ਨੂੰ ਛੱਡ ਕੇ ਬਾਕੀ ਕੁਫਰਪੁਣਾ ਹੈ ਜੋ ਮੁਸਲਮਾਨੀ 'ਚ ਲਫ਼ਜ਼ ਹੈ। ਸੇਵਾ ਬੇਅੰਤ ਸੇਵਾ ਅਸੀਂ ਕਰੀ ਜਾ ਰਹੇ ਹਾਂ, ਪਰ ਉਸ ਗੁਰਦੇਵ ਨੂੰ ਨਹੀਂ ਸਮਝਦੇ। ਸਭ ਤੇ ਵੱਡ ਸਮਰੱਥ ਉਹ ਅਕਾਲ ਪੁਰਖ ਆਪ ਹੈ। ਸਭ ਤੇ ਵੱਡ ਸਮਰੱਥ ਗੁਰਦੇਵ, ਸਭੇ ਸੁਖ ਪਾਈ ਤਿਸ ਕੀ ਸੇਵਾ। ਆ ਦੇਖੋ ਗੁਰਦੇਵ ਕੌਣ ਹੈ? ਸਤਿਗੁਰ ਆਪਣੇ ਸੁਣੀ ਅਰਦਾਸੇ। ਸਤਿਗੁਰ ਆਪਣੇ ਆ ਗਿਆ, ਸਤਿਗੁਰ ਹੋਈ। ਸਤਿਗੁਰ ਆਪਣੇ ਸੁਣੀ ਅਰਦਾਸੇ, ਕਾਰਜ ਆਇਆ ਸਗਲਾ ਰਾਸੇ। ਬੇਨਤੀ ਸਤਿਗੁਰ ਆਪਣੀ ਕਰੂ, ਬੇਨਤੀ ਸਤਿਗੁਰ ਆਪਣੀ। ਇਹ ਕਰ ਕਿਰਪਾ ਰਾਖੋ ਸਰਣਾਈ, ਕਰ ਕਿਰਪਾ ਰਾਖੋ ਸਰਣਾਈ। ਮੋਕੋ ਦੇਹੋ ਹਾਰੇ ਹਾਰੇ ਜਪਨੀ। ਉਹ ਐਡੇ ਵੱਡੇ ਸਮਰੱਥ ਕੋਲੋਂ ਐਡੀ ਵੱਡੀ ਗੱਲ ਮੰਗ। ਮੁਕ ਦੇਓ ਹਾਰੇ ਹਾਰੇ ਜਪਨੀ, ਸਤਿਗੁਰ ਆਪਣੇ ਸੁਣੀ ਅਰਦਾਸੇ। ਸਤਿਗੁਰ ਆਪਣੇ, ਆਪਣਾ ਕਿਉਂ ਲਿਖਿਆ? ਉਹ ਦੁਨੀਆ 'ਚ ਸਭ ਕੁਝ ਹੀ ਪਰਾਇਆ, ਕੋਈ ਸਾਡਾ ਨਹੀਂ ਹੈ। ਆ ਜਿਹੜਾ ਵਜੂਦ ਹਸਤੀ ਪਾਵਰ ਜਿਹੜੀ ਅੰਦਰ ਖੜੀ ਕਰਨੀ, ਉਹ ਜਿਹੜੀ ਸਦਾ ਹੀ ਹਾਜ਼ਰ ਨਾਜ਼ਰ ਅੰਗ ਸੰਗ ਰਹਿਣੀ ਹੈ, ਉਹ ਆਪਣੀ ਹੈ। ਸਤਿਗੁਰ ਆਪਣੀ ਸੁਣੀ ਅਰਦਾਸੇ। ਸਤਿਗੁਰ ਆਪਣੇ ਸੁਣੀ ਅਰਦਾਸੇ, ਇਹ ਕਾਰਜ ਆਇਆ ਸਗਲਾ ਰਾਸੇ। ਮਨ ਤਨ ਅੰਤਰੇ, ਅੰਤਰੇ ਮਨ ਤਨ ਅੰਤਰੇ। ਆ ਗਿਆ ਹੁਣ, ਕੋਈ ਬੰਦਾ ਨਹੀਂ ਧਿਆਇਆ, ਕੋਈ ਗੁਰੂ ਨਹੀਂ ਧਿਆਇਆ, ਮਹੱਲਾ ਨਹੀਂ, ਕਿਹਨੂੰ ਧਿਆਇਆ? ਮਨ ਤਨ ਅੰਤਰੇ ਪ੍ਰਭੂ ਧਿਆਇਆ। ਮਨ ਤਨ ਅੰਤਰੇ ਪ੍ਰਭੂ ਧਿਆਇਆ। ਮਨ ਤਨ ਅੰਤਰੇ ਪ੍ਰਭੂ ਧਿਆ। ਔਰ ਇਹਨੂੰ ਗੁਰਪੂਰਾ ਕਿਹਾ, ਗੁਰ ਪੂਰੇ ਡਾਰ ਸਗਲ ਚੁਕਾਇਆ। ਗੁਰ ਪੂਰੇ ਡਾਰ ਸਗਲ ਚੁਕਾਇਆ। ਡਰ ਹੈ ਮਾਇਆ ਦਾ ਡਰ, ਮਾਇਆ ਨਾ ਮੈਨੂੰ ਪੈ ਜਾਏ ਔਰ ਮੌਤ ਨਾ ਆ ਜਾਏ। ਗੁਰ ਪੂਰੇ ਡਰ ਸਗਲ ਚੁਕਾਇਆ। ਆਪਣੇ ਆਪ ਮੂੰਹ ਚੋਂ ਰਹਾਉਣ ਗਿਆ, ਕੌਣ ਕਰੇਗਾ? ਸਭ ਤੇ ਵੱਡ ਸਮਰੱਥ ਗੁਰਦੇਵ, ਸਭੇ ਸੁਖ ਪਾਈ ਤਿਸ ਕੀ ਸੇਵਾ। ਅਸੀਂ ਇਹ ਸ਼ਬਦ ਚੱਲਦਾ ਰੱਖਾਂਗੇ ਔਰ ਰਹੱਸ 'ਚ ਹੋਰ ਗਾਵਾਂਗੇ। ਆਓ ਦੀ ਰਹਾਉ ਦੀ ਤੋਂ ਇੱਕ ਵਾਰੀ ਫੇਰ ਗਾਈਏ। ਸਭ ਤੇ ਵੱਡ ਸਮਰੱਥ ਗੁਰਦੇਵ, ਸਭੇ ਸੁਖ ਪਾਈ ਤਿਸ ਕੀ ਸੇਵਾ। ਉਹਦੀ ਸੇਵਾ ਕੀ ਹੈ? ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਗੁਰ ਕੀ ਸੇਵ। ਵਾਹਿਗੁਰੂ 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 ਵਾਹਿਗੁਰੂ। ਇਕ ਆਖ ਆਖੈ ਸ਼ਬਦ ਪਾਖੈ, ਅਰਦੇ ਉਰਦ ਦਿਨ ਰਾਤੇ। ਇਕ ਆਖ ਆਖੈ ਸ਼ਬਦ ਪਾਖੈ, ਅਰਦ ਉਰਦ ਦਿਨ ਰਾਤੇ।
ਸਦਾ ਤੂੰ ਹੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।